हेलो एवरीवन एंड वेलकम बैक टू एनीबडी कैन लर्न जीके। ਅੱਜ ਆਪਾਂ ਇਸ ਵੀਡੀਓ ਦੇ ਵਿੱਚ MS ਐਕਸਲ ਯਾਨੀ ਕਿ ਸਪਰੈਡਸ਼ੀਟ ਬਾਰੇ ਆਲਮੋਸਟ ਆਪਾਂ ਸਾਰੇ ਹੀ ਕੁਐਸਚਨ ਦੇਖਾਂਗੇ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ 50 ਤੋਂ 60 ਕੁਐਸਚਨ ਦੇਖਣ ਨੂੰ ਮਿਲਣਗੇ ਤੇ ਆ ਉਹੀ ਕੁਐਸਚਨ ਨੇ ਜਿਹੜੇ ਐਗਜ਼ਾਮਸ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ ਯਾਨੀ ਕਿ ਮੋਸਟ ਰਿਪੀਟਡ ਕੁਐਸਚਨ ਨੇ ਤੇ ਜੋ ਕਿ ਤੁਹਾਨੂੰ ਆਉਣ ਵਾਲੇ ਐਕਸਾਈਜ਼ ਇੰਸਪੈਕਟਰ ਹੋ ਗਿਆ, ਪਟਵਾਰੀ ਹੋ ਗਿਆ, ਜੇ ਇਨ ਕੇਸ ਪੰਜਾਬ ਪੁਲਿਸ ਦੇ ਸਿਲੇਬਸ ਵਿੱਚ ਵੀ ਆਉਂਦਾ ਹੈਗਾ ਤਾਂ ਉਹਦੇ ਵਿੱਚ ਵੀ ਹੈਲਪ ਕਰੇਗਾ। ਯਾਨੀ ਕਿ PT+B ਦੇ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਵੀਡੀਓ ਹੈਲਪ ਕਰੇਗੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਤੇ ਆ ਜਿਹੜਾ ਪਾਰਟ ਹੈ ਕੰਪਿਊਟਰ ਦਾ 6ਵਾਂ ਪਾਰਟ ਹੈ, ਦੈਟ ਮੀਨਸ ਇਹ ਤੋਂ ਪਹਿਲਾਂ 5 ਪਾਰਟ ਹੋਰ ਵੀ ਆ ਚੁੱਕੇ ਨੇ। ਇੱਥੇ ਇੱਕ ਆਈ ਬਟਨ ਆਊਗਾ, ਮੈਂ ਪੂਰੀ ਪਲੇਲਿਸਟ ਪਾ ਦੇਵਾਂਗਾ ਕੰਪਿਊਟਰ ਦੀ। ਸਭ ਤੋਂ ਪਹਿਲਾ ਕੁਐਸਚਨ ਕਹਿ ਰਿਹਾ ਹੈ ਦਾ ਲੇਟੈਸਟ ਵਰਜ਼ਨ ਆਫ ਮਾਈਕਰੋਸਾਫਟ ਐਕਸਲ ਇਜ਼, ਯਾਨੀ ਕਿ ਜਿਹੜਾ ਹੁਣ ਸਭ ਤੋਂ ਲੇਟੈਸਟ ਵਰਜ਼ਨ ਹੈ ਮਾਈਕਰੋਸਾਫਟ ਐਕਸਲ ਦਾ ਉਹ ਕਿਹੜਾ ਹੈ, 2016, 13, 20 ਜਾਂ 19। ਇਹ ਕੁਐਸਚਨ ਨਾ ਸਭ ਤੋਂ ਜ਼ਿਆਦਾ ਈਜ਼ੀ ਹੈ ਤੇ ਕਨਫਿਊਜ਼ਿੰਗ ਹੈ ਕਿਉਂਕਿ ਲੇਟੈਸਟ ਵਰਜ਼ਨ ਕਿਹੜਾ ਹੁੰਦਾ ਹੈ ਉਹ ਥੋੜ੍ਹਾ ਜਿਹਾ ਯਾਦ ਰੱਖਣਾ ਥੋੜ੍ਹਾ ਜਿਹਾ ਟਿਪੀਕਲ ਜਿਹਾ ਹੀ ਹੁੰਦਾ ਹੈਗਾ। ਤਾਂ ਇਸ ਇਮੇਜ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ MS ਆਫਿਸ ਹੈ ਉਹਦੇ ਕਿਵੇਂ ਤੇ ਕਿਹੜੇ ਵਰਜ਼ਨ ਆਏ ਸੀਗੇ। ਜਿਵੇਂ 2003 ਆਇਆ ਸੀ, ਫਿਰ 2007, ਫਿਰ 10, 13, 16 ਤੇ 19। ਯਾਨੀ ਕਿ ਹੁਣ ਜਿਹੜਾ ਲੇਟੈਸਟ ਵਰਜ਼ਨ ਹੈ ਉਹ ਹੈਗਾ 2019 ਦਾ। ਹਾਲਾਂਕਿ ਹਲੇ ਆਪਾਂ 2021 ਦੇ ਵਿੱਚ ਆ, ਹਲੇ ਜਿਹੜਾ ਲੇਟੈਸਟ ਵਰਜ਼ਨ ਹੈ ਉਹ 2019 ਹੈ। ਤਾਂ ਆਪਸ਼ਨ ਨੰਬਰ ਡੀ ਹੋ ਜਾਊਗਾ ਕਰੈਕਟ। ਤੇ ਜੇਕਰ ਤੁਸੀਂ ਅੱਜ ਦੀ ਵੀਡੀਓ ਦਾ ਐਡਵਾਂਟੇਜ 100% ਲੈਣਾ ਚਾਹੁੰਦੇ ਹੋ ਤੇ ਜੇਕਰ ਤੁਹਾਡੇ ਕੋਲ ਲੈਪਟਾਪ ਹੈ ਤਾਂ ਆਪਣਾ ਲੈਪਟਾਪ ਖੋਲ੍ਹ ਲੈਣਾ ਜੀ ਤੇ MS ਆਫਿਸ ਖੋਲ੍ਹ ਲਓ ਤੇ ਜਿਹੜੇ ਆਪਾਂ ਕੁਐਸਚਨ ਅੱਜ ਦੇਖਾਂਗੇ ਤੁਸੀਂ ਨਾਲ ਦੀ ਨਾਲ ਪ੍ਰੈਕਟੀਕਲ ਕਰਦੇ ਜਾਇਓ, ਤਾਂ ਹੀ ਤੁਹਾਨੂੰ ਇਸ ਵੀਡੀਓ ਦਾ 100% ਐਡਵਾਂਟੇਜ ਮਿਲਣਾ ਹੈ। ਹਾਲਾਂਕਿ ਮੈਂ ਟਰਾਈ ਕਰ ਰਿਹਾ ਸੀ ਆ ਵੀਡੀਓ ਮੈਂ ਲੈਪਟਾਪ ਤੇ ਬਣਾਵਾਂ, ਲੇਕਿਨ ਕੁਝ ਟੈਕਨੀਕਲ ਐਰਰ ਕਰਕੇ ਮੈਂ ਹੁਣ ਮੋਬਾਈਲ ਤੇ ਰਿਕਾਰਡ ਕਰ ਰਿਹਾ ਇਹਨੂੰ, ਲੇਕਿਨ ਮੈਂ ਇਮੇਜਿਸ ਜਿਹੜੀਆਂ ਯੂਜ਼ਫੁਲ ਇਮੇਜਿਸ ਨੇ ਉਹ ਲੈ ਲਈਆਂ ਨੇ। ਤੇ ਸੈਕਿੰਡ ਗੱਲ ਹੋਰ, ਜੇਕਰ ਤੁਹਾਨੂੰ MS ਆਫਿਸ ਦੇ ਵਿੱਚ ਨੌਲੇਜ ਅੱਛੀ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਮੌਕ ਟੈਸਟ ਦੀ ਤਰ੍ਹਾਂ ਟਰੀਟ ਕਰ ਸਕਦੇ ਹੋ। ਤੇ ਇੱਕ ਕੰਮ ਫਿਰ ਜ਼ਰੂਰ ਕਰਨਾ, ਜੇ ਮੌਕ ਟੈਸਟ ਦੀ ਤਰ੍ਹਾਂ ਟਰੀਟ ਕਰ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਅੰਦਰ ਨਾ ਆਪਣਾ ਸਕੋਰ ਜ਼ਰੂਰ ਦੱਸਿਓ। ਨੈਕਸਟ ਗੱਲ ਕਰਦੇ ਹਾਂ ਮਾਈਕਰੋਸਾਫਟ ਐਕਸਲ ਇਜ਼ ਏ, ਯਾਨੀ ਕਿ ਮਾਈਕਰੋਸਾਫਟ ਐਕਸਲ ਹੈ ਕੀ ਬੇਸਿਕਲੀ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਨੂੰ ਇਹ ਐਕਸਲ ਸ਼ੀਟ ਦਿੰਦਾ, ਯਾਨੀ ਕਿ ਸਪਰੈਡ ਸ਼ੀਟ ਦਿੰਦਾ ਜਿਹਦੇ ਨਾਲ ਆਪਾਂ ਆਪਣੇ ਕੰਮ ਕਰ ਸਕਦੇ ਹਾਂ। ਤਾਂ ਆਪਸ਼ਨ ਨੰਬਰ ਬੀ ਜਿਹੜਾ ਹੋਊਗਾ ਉਹ ਹੋਊਗਾ ਇਹਦਾ ਸਹੀ ਆਨਸਰ, ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਡੇਟਾ ਹੈ ਉਹ ਟੈਬੂਲਰ ਫਾਰਮ ਦੇ ਵਿੱਚ ਰੱਖਦੇ ਹਾਂ, ਯਾਨੀ ਕਿ ਰੋਜ਼ ਐਂਡ ਕੋਲਮ ਦੇ ਵਿੱਚ ਰੱਖਦੇ ਹਾਂ। ਕਿਵੇਂ ਆ ਜਿੰਨੇ ਵੀ ਨੇ, ਮੈਂ ਜਿਹੜਾ ਇੱਕ ਹੈਗਾ ਆ ਬੇਸਿਕਲੀ ਰੋ ਹੈ, ਯਾਨੀ ਕਿ ਰੋ ਤੇ ਜਿਹੜੇ ਆ ਉੱਪਰ ਵਾਲੇ ਨੇ ABC ਆ ਕੋਲਮਸ ਨੇ, ਠੀਕ ਹੈ ਜੀ। ਤਾਂ ਆਪਾਂ ਟੈਬੂਲਰ ਫਾਰਮ ਦੇ ਵਿੱਚ ਡਾਟਾ ਰੱਖਦੇ ਹਾਂ ਤੇ ਇਹਨੂੰ ਆਪਾਂ ਸਪਰੈਡਸ਼ੀਟ ਪੈਕੇਜ ਕਹਿੰਦੇ ਹਾਂ, ਜਿਹਨੂੰ ਕਿ MS ਆਫਿਸ ਨੂੰ ਬਣਾਇਆ ਸੀਗਾ ਮਾਈਕਰੋਸਾਫਟ ਨੇ, ਓਬਵੀਅਸ ਜੀ ਗੱਲ ਹੈ। ਤੇ ਜਿਹੜਾ ਮਾਈਕਰੋਸਾਫਟ ਐਕਸਲ ਹੈ ਉਹ MS ਆਫਿਸ ਦਾ ਹੀ ਪਾਰਟ ਹੈਗਾ ਇੱਕ। ਤੇ ਜਦੋਂ MS ਐਕਸਲ ਵਰਕ ਦੇ ਵਿੱਚ ਆਇਆ ਸੀਗਾ ਇਹਨੇ ਲੋਟਸ 1 2 3 ਨੂੰ ਰਿਪਲੇਸ ਕਰ ਦਿੱਤਾ ਗਿਆ ਸੀਗਾ। ਦੈਟ ਮੀਨਸ ਕਿ ਐਕਸਲ ਤੋਂ ਪਹਿਲਾਂ ਜਿਹੜਾ ਮੋਸਟਲੀ ਯੂਜ਼ ਹੁੰਦਾ ਸੀਗਾ ਉਹ ਹੁੰਦਾ ਸੀਗਾ ਲੋਟਸ 1 2 3। ਬਹੁਤ ਇੰਪੋਰਟੈਂਟ ਕੁਐਸਚਨ ਹੈ, ਵੀ ਬਹੁਤ ਵਾਰ ਕੁਐਸਚਨ ਪੇਪਰਾਂ ਦੇ ਵਿੱਚ ਪੁੱਛਿਆ ਗਿਆ। ਤਾਂ ਆਪਸ਼ਨ ਨੰਬਰ ਬੀ ਹੋ ਜਾਊਗਾ ਇਹਦਾ ਰਾਈਟ ਆਨਸਰ। ਨੈਕਸਟ ਗੱਲ ਕਰ ਰਿਹਾ ਹੈਗਾ ਐਕਸਲ ਫਾਈਲ ਹੈਜ਼ ਏ ਡਿਫੋਲਟ ਐਕਸਟੈਂਸ਼ਨ ਆਫ। ਕੋਈ ਵੀ ਐਕਸਲ ਫਾਈਲ ਹੈ, ਬੇਸਿਕਲੀ ਕੰਪਿਊਟਰ ਦੇ ਵਿੱਚ ਕੋਈ ਵੀ ਫਾਈਲ ਹੁੰਦੀ ਹੈ ਨਾ ਉਹਦੀ ਕੋਈ ਨਾ ਕੋਈ ਐਕਸਟੈਂਸ਼ਨ ਤਾਂ ਹੁੰਦੀ ਹੈ। ਤੇ ਆ ਗੱਲ ਕਰ ਰਹੇ ਆਪਾਂ ਐਕਸਲ ਦੇ ਬਾਰੇ, ਤਾਂ ਐਕਸਲ ਦੀ ਐਕਸਟੈਂਸ਼ਨ ਪੁੱਛ ਰਿਹਾ ਹੈ। ਯਾਨੀ ਕਿ ਮੰਨ ਲਓ ਤੁਸੀਂ ਕੋਈ ਫਾਈਲ ਸੇਵ ਕੀਤੀ, ਮੰਨ ਲਓ ਤੁਸੀਂ ਸੇਵ ਕੀਤੀ ਮੇਰੇ ਨਾਮ ਤੋਂ ਹੀ ਕਰ ਲਈ, ਮੰਨ ਲਓ ਸੁਨੀਲ, ਤਾਂ ਤੁਹਾਨੂੰ ਬਾਅਦ ਦੇ ਵਿੱਚ ਜਿਹੜੀ ਹੈ ਇੱਥੇ ਜਿਹੜਾ ਲਿਖਿਆ ਆਊਗਾ ਜਿਵੇਂ XLSX ਆ ਆਊਗਾ ਤੁਹਾਨੂੰ ਐਕਸਟੈਂਸ਼ਨ, ਤਾਂ ਹੋ ਗਈ ਐਕਸਟੈਂਸ਼ਨ MS ਐਕਸਲ ਆਫਿਸ ਦੀ ਇੱਕ ਫਾਈਲ ਦੀ। ਜੇਕਰ ਮੈਂ ਗੱਲ ਕਰਾਂ 2003 ਦੀ, ਉਸ ਟਾਈਮ ਯੂਜ਼ ਹੁੰਦੀ ਸੀਗੀ .XLX, ਲੇਕਿਨ ਉਸ ਤੋਂ ਬਾਅਦ 7, 10, 13, 16 ਯਾਨੀ ਕਿ ਹੁਣ ਤਾਂ ਲੇਟੈਸਟ 2019 ਹੈ, ਇਹਦੇ ਵਿੱਚ ਆ ਐਕਸਟੈਂਸ਼ਨ ਯੂਜ਼ ਹੁੰਦੀ ਹੈ, ਯਾਨੀ ਕਿ ਆਪਸ਼ਨ ਨੰਬਰ ਏ ਇਹਦਾ ਸਹੀ ਆਨਸਰ ਰਹੇਗਾ। ਨੈਕਸਟ ਗੱਲ ਕਰਦੇ ਹਾਂ ਵਿਚ ਏਰੀਆ ਇਨ ਐਕਸਲ ਵਿੰਡੋ ਅਲਾਉਜ਼ ਐਂਟਰਿੰਗ ਵੈਲਿਊਜ਼ ਐਂਡ ਫਾਰਮੂਲਾਜ਼, ਯਾਨੀ ਕਿ ਕਿਸ ਏਰੀਆ ਦੇ ਵਿੱਚ ਆਪਾਂ ਵੈਲਿਊਜ਼ ਤੇ ਫਾਰਮੂਲਾਜ਼ ਯੂਜ਼ ਕਰਦੇ ਹਾਂ। ਆ ਕਹਿ ਰਿਹਾ ਜੀ ਟਾਈਟਲ ਬਾਰ, ਮੈਨਿਊ ਬਾਰ, ਫਾਰਮੂਲਾ ਬਾਰ ਜਾਂ ਫਿਰ ਸਟੈਂਡਰਡ ਟੂਲ ਬਾਰ। ਤਾਂ ਇੱਕ ਇਹਦਾ ਪੇਜ ਲਿਆ ਮੈਂ, ਆਪਾਂ ਨੂੰ ਜਦੋਂ ਵੀ ਕੋਈ ਫਾਰਮੂਲਾ ਐਡ ਕਰਨਾ ਹੁੰਦਾ ਨਾ ਤਾਂ ਆਪਾਂ ਇਸ ਦੇ ਵਿੱਚ ਆਪਾਂ ਕਰ ਸਕਦੇ ਹਾਂ। ਈਵਨ ਆਪਾਂ ਸੈੱਲ ਦੇ ਵਿੱਚ ਤਾਂ ਕਰਦੇ ਹਾਂ, ਲੇਕਿਨ ਜੋ ਵੀ ਚੀਜ਼ ਆਪਾਂ ਇਹਦੇ ਵਿੱਚ ਟਾਈਪ ਕਰਦੇ ਹਾਂ ਉਹ ਆਟੋਮੈਟਿਕਲੀ ਆਪਾਂ ਇਹਦੇ ਵਿੱਚ ਦੇਖ ਪਾਉਂਦੇ ਹਾਂ। ਤਾਂ ਇਹ ਜਿਹੜੀ ਬਾਰ ਹੈ ਇਹਨੂੰ ਆਪਾਂ ਕਹਿੰਦੇ ਹਾਂ ਫਾਰਮੂਲਾ ਬਾਰ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ, ਫਾਰਮੂਲਾ ਬਾਰ। ਤੇ ਇੱਕ ਗੱਲ ਦਾ ਧਿਆਨ ਹੋ ਰੱਖਣਾ, ਆਪਾਂ ਕੋਈ ਵੀ ਫਾਰਮੂਲਾ ਯੂਜ਼ ਕਰਾਂਗੇ ਨਾ ਉਹਦੀ ਸਟਾਰਟਿੰਗ ਨਾ ਇਕੁਅਲ ਟੂ ਨਾਲ ਹੋਊਗੀ। ਜੇਕਰ ਇਕੁਅਲ ਟੂ ਨਹੀਂ ਲਾਵਾਂਗੇ ਤਾਂ ਉਹ ਇੱਕ ਸਿੰਟੈਕਸ ਐਰਰ ਮੰਨਿਆ ਜਾਊਗਾ, ਜਿਹੜਾ ਫਾਰਮੂਲਾ ਆਪਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਫਾਰਮੂਲਾ ਨਹੀਂ ਵਰਕ ਕਰੇਗਾ। ਆਪਸ਼ਨ ਨੰਬਰ ਸੀ
ਇਜ਼ ਦਾ ਰਾਈਟ ਆਂਸਰ। ਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਰੈੱਡ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰਿਓ। PDF ਤੁਹਾਨੂੰ ਪਤਾ ਹੀ ਆ ਆਲਰੇਡੀ ਟੈਲੀਗ੍ਰਾਮ ਤੇ ਮਿਲੂਗੀ, ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੇ ਤੁਹਾਡੀ ਕੋਈ ਹੋਰ ਵੀ ਕੁਐਰੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੁੱਛ ਸਕਦੇ ਹੋ। ਇਹਨਾਂ ਦੇ ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਐਜ਼ ਆਲਵੇਜ਼। ਨੈਕਸਟ ਗੱਲ ਕਰ ਰਿਹਾ ਵਿਚ ਸਿੰਬਲ ਮਸਟ ਸਟਾਰਟ, ਆਈ ਥਿੰਕ ਮੈਂ ਗਲਤ ਰੀਡ ਕਰ ਰਿਹਾ, ਵਿਚ ਸਿੰਬਲ ਮਸਟ ਆਲ ਫਾਰਮੂਲਾ ਬਿਗਿਨ ਵਿਦ, ਯਾਨੀ ਕਿ ਕਿਹੜੇ ਸਿੰਬਲ ਤੋਂ ਕੋਈ ਜਿਹੜੇ ਜਿੰਨੇ ਵੀ ਫਾਰਮੂਲੇ ਨੇ ਉਹ ਸਟਾਰਟ ਹੁੰਦੇ ਨੇ। ਹੁਣ ਥੋੜੀ ਦੇਰ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਕੋਈ ਵੀ ਫਾਰਮੂਲਾ ਹੈ, ਮੰਨ ਲਓ ਜੇਕਰ ਆਪਾਂ ਕੋਈ ਦੋ ਵੈਲਿਊਜ਼ ਦਾ ਜਾਂ ਟੇਬਲ ਦਾ ਸਮ ਕਰਨਾ ਹੈ ਤਾਂ ਆਪਾਂ ਇਕੁਅਲ ਟੂ ਯੂਜ਼ ਕਰਕੇ ਸਮ ਲਿਖਾਂਗੇ, ਉਹ ਤੋਂ ਬਾਅਦ ਆਪਾਂ ਰੇਂਜ ਲਿਖਾਂਗੇ, ਕੋਈ ਵੀ ਰੇਂਜ ਹੋ ਸਕਦੀ ਹੈ ਡੇਟਾ ਦੀ, ਉਹ ਆਪਾਂ ਲਿਖ ਦਾਂਗੇ। ਤਾਂ ਆਪਾਂ ਨੂੰ ਐਂਡ ਰਿਜ਼ਲਟ ਕੀ ਮਿਲੂਗਾ, A2 ਤੋਂ ਲੈ ਕੇ A6 ਤੱਕ, ਯਾਨੀ ਕਿ A2 3 4 5 6 ਜਿੰਨਾ ਵੀ ਉਹਨਾਂ ਵਿੱਚ ਨੂਮੈਰਿਕ ਹੋਣਗੇ ਉਹਨਾਂ ਦਾ ਸਾਰਿਆਂ ਦਾ ਸਮ ਹੋ ਜਾਏਗਾ। ਤੇ ਲੇਕਿਨ ਪੁੱਛ ਹੀ ਰਿਹਾ ਕਿ ਬਿਗਨਿੰਗ ਦੇ ਵਿੱਚ ਕੀ ਆਊਗਾ, ਉਹ ਆਊਗਾ ਜੀ ਇਕੁਅਲ ਟੂ। ਨੈਕਸਟ ਗੱਲ ਕਰ ਰਿਹਾ ਦਾ ਫਸਟ ਸੈੱਲ ਇਨ ਐਕਸਲ ਵਰਕਸ਼ੀਟ ਇਜ਼ ਲੇਬਲਡ ਐਸ, ਯਾਨੀ ਕਿ ਜਿਹੜਾ ਸਭ ਤੋਂ ਪਹਿਲਾ ਸੈੱਲ ਹੁੰਦਾ ਹੈਗਾ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਆ ਜਿੰਨੇ ਵੀ ਤੁਸੀਂ ਬਾਕਸਿਸ ਦੇਖ ਰਹੇ ਹੋ ਨਾ, ਇਹਨਾਂ ਨੂੰ ਜਿਵੇਂ ਆ ਹੋ ਗਿਆ, ਆ ਹੋ ਗਿਆ, ਆ ਸਾਰੇ ਹੀ ਜਿਹੜੇ ਨੇ ਆ ਸੈੱਲ ਨੇ। ਤੇ ਜਿਹੜਾ ਫਸਟ ਸੈੱਲ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਆਹ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਕਿ ਜਿਹੜੀ ਰੋਜ਼ ਨੇ ਉਹ 1 2 3 ਦੀ ਫਾਰਮ ਦੇ ਵਿੱਚ ਨੇ, ਤੇ ਜਿਹੜੇ ਕੋਲਮਸ ਨੇ ਜੀ ਉਹ ABCD ਦੇ ਨਾਲ ਹੈ। ਤਾਂ ਜਿਹੜਾ ਆ ਫਸਟ ਸੈੱਲ ਹੈ ਤਾਂ ਇਹਨੂੰ ਆਪਾਂ ਕੀ ਕਹਾਂਗੇ ਜੀ, ਇੱਧਰੋਂ ਤਾਂ ਆਪਾਂ ਜਿਹੜਾ ਹੈ ਕੋਲਮ ਤੋਂ ਜਿਹੜੀ ਲਾਈਨ ਦਾ ਨਾਮ ਹੈ ਉਹ ਲਵਾਂਗੇ, ਤੇ ਇੱਧਰੋਂ ਰੋ ਦਾ ਨਾਮ, ਯਾਨੀ ਕਿ ਆ ਹੋਊਗਾ A1। ਜਿਵੇਂ ਕਿ ਤੁਸੀਂ ਨੇਮ ਬਾਕਸ ਦੇ ਵਿੱਚ ਦੇਖ ਰਹੇ ਹੋ A1 ਲਿਖ ਕੇ ਆਇਆ ਹੋਇਆ ਹੈਗਾ, ਤਾਂ ਆਂਸਰ ਹੋ ਜਾਊਗਾ A1। ਕਾਫੀ ਬੇਸਿਕ ਕੁਐਸਚਨ ਹੈ, ਲੇਕਿਨ ਕਈ ਵਾਰ ਆਪਾਂ ਗਲਤੀ ਖਾ ਜਾਂਦੇ ਹਾਂ ਇਹਨਾਂ ਦੇ ਵਿੱਚ ਵੀ। ਹੁਣ ਜੇਕਰ ਮੈਂ ਗੱਲ ਕਰਾਂ, ਇਸ ਦਾ ਆਂਸਰ ਹੋਊਗਾ ਆਪਸ਼ਨ ਨੰਬਰ B। ਨੈਕਸਟ ਕੁਐਸਚਨ ਗੱਲ ਕਰ ਰਿਹਾ ਹੈ ਐਕਸਲ ਡਿਸਪਲੇ ਦਾ ਕਰੰਟ ਸੈੱਲ ਐਡਰੈਸ ਇਨ ਦਾ। ਹੁਣ ਗੱਲ ਕਰ ਰਿਹਾ ਜਦੋਂ ਆਪਾਂ ਕਿਸੇ ਕਰੰਟ ਆਪਾਂ ਸੈੱਲ ਦੇ ਉੱਪਰ ਖੜੇ ਆ, ਮੰਨ ਲਓ ਆਪਾਂ ਇਸ ਸੈੱਲ ਦੇ ਉੱਪਰ ਖੜੇ ਆ, ਜਾਂ ਫਿਰ ਜੇ ਐਗਜ਼ਾਮਪਲ ਦੇ ਵੀ ਪੁੱਛਿਆ ਗਿਆ ਆਪਾਂ ਫਸਟ ਸੈੱਲ ਦੇ ਵਿੱਚ ਖੜੇ ਆ, ਤਾਂ ਉਹ ਆਪਾਂ ਕਿਹੜੇ ਸੈੱਲ ਦੇ ਉੱਪਰ ਆ, ਕਿਹੜੀ ਐਡਰੈਸ ਬਾਰ ਆਪਾਂ ਨੂੰ ਦੱਸਦੀ ਹੈ, ਤਾਂ ਆਓ ਆਪਾਂ ਇੱਥੇ ਪਤਾ ਲੱਗਦਾ ਆਪਾਂ ਨੂੰ, ਤਾਂ ਇਹਨੂੰ ਕਹਿੰਦੇ ਆਪਾਂ ਨੇਮ ਬਾਕਸ। ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ ਇਹਦੀ, ਮੰਨ ਲਿਓ ਆਪਾਂ ਇਸ ਬਾਕਸ ਦੇ ਉੱਪਰ ਆ, ਤਾਂ ਜੇ ਆਪਾਂ ਦੇਖਣਾ ਐਗਜ਼ੈਕਟਿਵ ਆਪਾਂ ਕਿਹੜੇ ਤੇ ਆ, ਆਪਾਂ ਹੈਗੇ ਆ ਇੱਥੇ, ਆਪਾਂ ਦੇਖ ਲਵਾਂਗੇ ਨੇਮ ਬਾਕਸ ਦੇ ਵਿੱਚ B6, ਕਿਉਂਕਿ ਇਹ ਦੇਖੋ B ਕੋਲਮ ਹੈ ਤੇ 6 ਜਿਹੜੀ ਆ ਰੋ ਹੈ, ਤਾਂ ਆਂਸਰ ਹੋ ਜਾਊਗਾ ਆਪਸ਼ਨ ਨੰਬਰ C। ਨੈਕਸਟ ਗੱਲ ਕਰ ਰਿਹਾ ਹੈ ਵਾਟ ਇਜ਼ ਦਾ ਸ਼ਾਰਟਕਟ ਕੀ ਟੂ ਹਾਈਡ ਇੰਟਾਇਰ ਰੋ, ਯਾਨੀ ਕਿ ਜਿਹੜੀ ਆ ਆਪਣੀ ਇੱਕ ਰੋ ਹੈ ਕੰਪਲੀਟ, 1 ਨੰਬਰ 2 ਨੰਬਰ 3 ਨੰਬਰ, ਇਹਨੂੰ ਹਾਈਡ ਕਰਨ ਲਈ ਆਪਾਂ ਕਿਹੜੀ ਸ਼ਾਰਟਕਟ ਕੀ ਯੂਜ਼ ਕਰਦੇ ਹਾਂ। ਤਾਂ ਜਿਵੇਂ ਆਪਾਂ ਹੁਣ ਛੋਟਾ ਜਿਹਾ ਡਾਟਾ ਲਿੱਤਾ ਹੋਇਆ ਹੈਗਾ, ਜਿਵੇਂ ਗੱਲ ਕਰ ਰਹੇ ਹਾਂ ਨੇਮ ਬਾਰੇ, ਕਲਾਸ ਬਾਰੇ, ਨੰਬਰ ਕਿੰਨੇ ਆਏ ਨੇ ਤੇ ਫੋਨ ਨੰਬਰ ਬਾਰੇ, ਤੇ ਆਪਾਂ ਕੀ ਕਰਾਂਗੇ ਇੱਕ ਐਂਟਾਇਰ ਰੋ ਨੂੰ, ਯਾਨੀ ਕਿ ਆਪਾਂ ਜਿਹੜੀ 4 ਨੰਬਰ ਰੋ ਹੈ ਸੀਰੀਅਲ ਨੰਬਰ 2, ਇਹਨੂੰ ਕੰਪਲੀਟ ਜਿਹੜਾ ਹੈ ਹਾਈਡ ਕਰਾਂਗੇ। ਤਾਂ ਆਪਾਂ ਪਹਿਲਾਂ ਕੀ ਕਰਾਂਗੇ, ਇੱਥੇ 4 ਨੰਬਰ ਤੇ ਪਹਿਲਾਂ ਕਲਿੱਕ ਕਰ ਲਵਾਂਗੇ ਤਾਂ ਕਿ ਇਹ ਰੋ ਸਿਲੈਕਟ ਹੋ ਜਾਏਗੀ। ਫਿਰ ਆਪਾਂ ਕੀ ਕਰਾਂਗੇ ਜੀ Ctrl+9 ਪ੍ਰੈਸ ਕਰ ਦੇਵਾਂਗੇ, ਯਾਨੀ ਕਿ ਰੋ ਨੂੰ ਹਟਾਉਣ ਲਈ ਆਪਾਂ ਨੂੰ 9 ਦਬਾਉਣਾ ਪਏਗਾ। ਇਹ ਟ੍ਰਿਕ ਵੀ ਯਾਦ ਕਰਨ ਲਈ ਆਸਾਨ ਹੈ, ਕਿਉਂਕਿ ਕੋਲਮ ਨੂੰ ਹਾਈਡ ਕਰਨ ਦਾ ਅੱਡ ਵੇ ਹੈ, ਰੋ ਨੂੰ ਅੱਡ, ਤਾਂ ਕਨਫਿਊਜ਼ਿੰਗ ਨਾ ਹੋ ਤਾਂ ਰੋ ਨੂੰ ਹਟਾਉਣ ਲਈ ਆਪਾਂ ਨੂੰ 9 ਦਬਾਉਣਾ ਪਏਗਾ, ਤਾਂ ਰੋ ਤੇ ਨਾਲ 9 ਆਪਾਂ ਯਾਦ ਰੱਖ ਸਕਦੇ ਹਾਂ। ਤੇ ਹੁਣ ਜਿੱਦਾਂ ਹੀ ਮੈਂ Ctrl+9 ਪ੍ਰੈਸ ਕਰਾਂਗਾ, ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਸੀਰੀਅਲ ਨੰਬਰ 2 ਸੀਗਾ ਉਹ ਗਾਇਬ ਹੋ ਚੁੱਕਿਆ। ਈਵਨ ਕਿ ਇੱਥੇ ਇੱਕ ਥੋੜੀ ਜਿਹੀ ਬਲੈਕ ਲਾਈਨ ਆ ਰਹੀ ਹੈ, ਇਹਦੇ ਨਾਲ ਆਪਾਂ ਇੰਡੀਕੇਟ ਕਰ ਸਕਦੇ ਹਾਂ ਕਿ ਜਿਹੜਾ ਸੈਕਿੰਡ ਨੰਬਰ ਰੋ ਸੀ ਉਹ ਗਾਇਬ ਹੋ ਚੁੱਕੀ ਹੈ। ਈਵਨ ਆਪਾਂ ਇਹਨੂੰ ਦੂਜੇ ਤਰੀਕੇ ਨਾਲ ਵੀ ਕਰ ਸਕਦੇ ਹਾਂ, ਲੇਕਿਨ ਗੱਲ ਹੋਈ ਸੀ ਸ਼ਾਰਟਕਟ ਬਾਰੇ, ਤਾਂ ਸ਼ਾਰਟਕਟ ਇਹਦਾ Ctrl+9 ਹੈ। ਦੂਜੇ ਲਈ ਕੀ ਕਰਾਂਗੇ ਆਪਾਂ, ਉਹਨੂੰ ਸਿਲੈਕਟ ਕਰਕੇ ਕੀ ਕਰਾਂਗੇ ਜੀ ਰਾਈਟ ਬਟਨ ਤੇ ਕਲਿੱਕ ਕਰਕੇ ਹਾਈਡ ਕਰ ਦੇਵਾਂਗੇ। ਜਿਹੜੀ ਵੀ ਰੋ ਆਪਾਂ ਨੂੰ ਗਾਇਬ ਕਰਨੀ ਹੈ, ਉਹਨੂੰ ਰੋ ਨੂੰ ਸਿਲੈਕਟ ਕੀਤਾ ਤੇ ਰਾਈਟ ਕਲਿੱਕ ਕਰਾਂਗੇ ਤਾਂ ਹਾਈਡ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ ਹੈ। ਤੇ ਜੇ ਕੋਲਮ ਨੂੰ ਕਰਨਾ ਹੋਵੇ ਹਾਈਡ, ਫਿਰ ਆਪਾਂ ਯੂਜ਼ ਕਰਦੇ ਹੁੰਦੇ ਆ ਜੀ Ctrl+0। ਇਹ ਧਿਆਨ ਰੱਖਿਓ, ਰੋ ਦੇ ਲਈ Ctrl+9, ਕੋਲਮ ਦੇ ਲਈ Ctrl+0। ਨੈਕਸਟ ਗੱਲ ਕਰ ਰਿਹਾ ਜਿਹੜੀ ਇੱਕ ਵਰਕਸ਼ੀਟ ਹੈ ਉਹਦੇ ਵਿੱਚ ਆਪਾਂ ਕਿੰਨੇ ਨੰਬਰ ਆਫ ਰੋ ਯੂਜ਼ ਕਰ ਸਕਦੇ ਹਾਂ ਮੈਕਸਿਮਮ, ਤੇ ਵਰਜਨ ਕਿਹੜਾ ਐਕਸਲ 2019, ਯਾਨੀ ਕਿ ਜਿਹੜਾ ਲੇਟੈਸਟ ਵਰਜਨ ਐਕਸਲ ਦਾ, ਉਹਦੇ ਵਿੱਚ ਆਪਾਂ ਕਿੰਨੀ ਨੰਬਰ ਆਫ ਰੋ ਮੈਕਸਿਮਮ ਯੂਜ਼ ਕਰ ਸਕਦੇ ਹਾਂ। ਤਾਂ ਜਿਹੜੀ ਮੈਕਸਿਮਮ ਨੰਬਰ ਆਫ ਰੋਜ਼ ਹੁੰਦੀਆਂ ਨੇ ਜੀ, ਇਹ ਬੇਸਿਕਲੀ ਇੱਕ ਆંકੜਾ ਹੈ ਜਿਹੜਾ ਤੁਹਾਨੂੰ ਯਾਦ ਰੱਖਣਾ ਪਏਗਾ, ਜੋ ਕਿ ਹੈ 10,48,576, ਯਾਨੀ ਕਿ 10,48,576। ਤੇ ਜੇਕਰ ਮੈਂ ਮੈਕਸਿਮਮ ਨੰਬਰ ਆਫ ਕੋਲਮਸ ਦੀ ਗੱਲ ਕਰਾਂ, ਉਹ ਨੇ ਜੀ 16,384। ਆ ਨੰਬਰ ਆਫ ਰੋਜ਼ ਨੇ, ਯਾਨੀ ਕਿ ਐਨ ਜਿਹੜੀ ਲਾਈਨਾਂ ਹੋਣਗੀਆਂ ਇਹਨਾਂ, ਤੇ ਕੋਲਮਸ ਜਿਹੜੇ ਆ ਹੋ ਗਏ।
ਤੇ ਜੇਕਰ ਮੈਂ ਗੱਲ ਕਰਾਂ ਐਕਸਲ ਦੇ 2003 ਵਰਜ਼ਨ ਦੀ, ਉਹਦੇ ਵਿੱਚ ਜਿਹੜੀ ਮੈਕਸਿਮਮ ਨੰਬਰ ਆਫ ਰੋ ਸੀਗੀ ਉਹ ਸੀਗੀਆਂ 65535। ਹਾਲਾਂਕਿ ਤੁਸੀਂ 2019 ਤੇ 3 ਵਿੱਚ ਕਨਫਿਊਜ਼ਨ ਨਹੀਂ ਰੱਖਣੀ ਹੈ, ਜਿਹੜਾ ਲੇਟੈਸਟ ਹੈ ਆਪਾਂ ਉਹਦੀ ਗੱਲ ਕਰ ਰਹੇ ਹਾਂ। ਨੈਕਸਟ ਗੱਲ ਕਰ ਰਿਹਾ ਹੈ, what is the shortcut key to replace a data within sheet। ਯਾਨੀ ਕਿ ਕਿਸੇ ਸੈੱਲ ਵਿੱਚੋਂ ਆਪਾਂ ਡਾਟਾ ਰਿਪਲੇਸ ਕਰਨਾ ਹੈ, ਯਾਨੀ ਕਿ ਕਿਸੇ ਚੀਜ਼ ਦੀ ਥਾਂ ਕੋਈ ਹੋਰ ਚੀਜ਼ ਲਿਖਣੀ ਹੈ, ਤਾਂ ਆਪਾਂ ਕਿਹੜਾ ਸ਼ਾਰਟਕਟ ਕੀ ਯੂਜ਼ ਕਰਾਂਗੇ? ਉਹਦੇ ਲਈ ਆਪਾਂ ਯੂਜ਼ ਕਰਾਂਗੇ Ctrl+H, ਆਪਸ਼ਨ ਨੰਬਰ ਸੀ। ਕਿਵੇਂ ਕਰਾਂਗੇ ਆਪਾਂ ਉਹ ਵੀ ਦੇਖ ਲੈਂਦੇ ਹਾਂ। ਜਿਵੇਂ ਆਪਣੀ ਆਪਾਂ ਕਰੰਟ ਪੇਸੀ ਕਿਸੇ ਸ਼ੀਟ ਤੇ ਕੰਮ ਕਰ ਰਹੇ ਹਾਂ, ਤੇ ਮੰਨ ਲਿਓ ਆਪਾਂ ਨੇ ਕੁਛ ਚੀਜ਼ ਚੇਂਜ ਕਰਨੀ ਹੈ। ਮੰਨ ਲਓ ਆਪਾਂ ਨੇ ਇੱਥੋਂ ਆਹ 10th ਹਟਾ ਕੇ ਇੱਥੇ 12th ਲਿਖਣਾ ਹੈਗਾ, ਜਾਂ ਫਿਰ ਕੁਛ ਵੀ ਮੰਨ ਲਓ ਆਪਾਂ BA ਲਿਖਣਾ ਹੈ, ਕੁਛ ਵੀ ਲਿਖਣਾ ਹੈ, ਤਾਂ ਆਪਾਂ ਕੀ ਕਰਾਂਗੇ Ctrl+H ਜਿੱਦਾਂ ਹੀ ਟਾਈਪ ਕਰਾਂਗੇ ਤਾਂ ਇੱਕ ਡਾਇਲੋਗ ਬਾਕਸ ਖੁੱਲ੍ਹ ਜਾਏਗਾ। ਹੁਣ ਆਪਾਂ ਨੂੰ ਜਿਹੜੀ ਚੀਜ਼ ਰਿਪਲੇਸ ਕਰਨੀ ਹੈ ਉਹ ਫਾਈਂਡ ਵਟ ਦੇ ਵਿੱਚ ਲਿਖਾਂਗੇ, ਤੇ ਕਿਹਦੇ ਨਾਲ ਰਿਪਲੇਸ ਕਰਨੀ ਹੈ ਉਹ ਵਰਡ ਇੱਥੇ ਲਿਖ ਦਾਂਗੇ, ਤੇ ਆਪਾਂ ਇੱਥੇ ਰਿਪਲੇਸ ਨੂੰ ਫਿਰ ਕਲਿੱਕ ਕਰ ਦੇਵਾਂਗੇ ਤੇ ਉਹ ਚੀਜ਼ ਰਿਪਲੇਸ ਹੋ ਜਾਏਗੀ। ਤੁਹਾਨੂੰ ਯਾਦ ਹੋਵੇਗਾ ਤਾਂ ਮੈਂ ਇੱਕ ਮੂਵੀ ਦੇ ਨਾਲ ਰਿਲੇਟ ਵੀ ਕਰ ਸਕਦਾ ਇਹਨੂੰ। ਆਪਾਂ 3 Idiots ਦੇ ਵਿੱਚ ਦੇਖਿਆ ਸੀਗਾ, ਜਦੋਂ ਆਮਿਰ ਖਾਨ ਨੇ ਸਾਰੇ ਵਰਡ ਚੇਂਜ ਕਰ ਦਿੱਤੇ ਗਏ ਸੀਗੇ, ਉਸ ਟਾਈਮ ਵੀ ਉਹਨਾਂ ਨੇ ਆਹੀ ਕਮਾਂਡ ਯੂਜ਼ ਕੀਤੀ ਸੀਗੀ। ਇਹਦੇ ਨਾਲ ਆਪਾਂ ਥੋੜ੍ਹਾ ਜਿਹਾ ਯਾਦ ਵੀ ਰੱਖ ਸਕਦੇ ਹਾਂ। ਤਾਂ ਆਪਸ਼ਨ ਨੰਬਰ ਸੀ ਵਿਲ ਬੀ ਦਾ ਰਾਈਟ ਆਨਸਰ। ਨੈਕਸਟ ਗੱਲ ਕਰਦੇ ਹਾਂ, ਵਾਟ ਇਜ਼ ਦਾ ਸ਼ਾਰਟਕਟ ਕੀ ਟੂ ਹਾਈਲਾਈਟ ਦਾ ਐਂਟਾਇਰ ਕੋਲਮ। ਬੇਸਿਕਲੀ ਐਂਟਾਇਰ ਕੋਲਮ ਨੂੰ, ਮੰਨ ਲੀजिए ਆਪਾਂ ਇਸ ਕੋਲਮ ਨੂੰ ਜਿਹੜਾ ਹੈ ਹਾਈਲਾਈਟ ਕਰਨਾ ਹੈਗਾ, ਤਾਂ ਆਪਾਂ ਇਸ ਕੋਲਮ ਤੇ ਕਿਤੇ ਵੀ ਜਾ ਕੇ ਕਲਿੱਕ ਕਰ ਦੇਵਾਂਗੇ ਤੇ ਇੱਕ ਸ਼ਾਰਟਕਟ ਕੀ ਯੂਜ਼ ਕਰਾਂਗੇ ਜਿਹਦਾ ਨਾਮ ਹੈਗਾ Ctrl+Spacebar। ਤਾਂ ਜਿੱਦਾਂ ਹੀ ਆਪਾਂ Ctrl+Spacebar ਪ੍ਰੈਸ ਕਰਾਂਗੇ ਤਾਂ ਉਹ ਇੱਕ ਤਰ੍ਹਾਂ ਤੋਂ ਹਾਈਲਾਈਟ ਹੋ ਜਾਵੇਗੀ। ਈਵਨ ਜੇ ਆਪਾਂ ਜਾਈਏ ਤਾਂ ਮਾਊਸ ਦੇ ਕਰਸਰ ਨਾਲ ਇੱਥੇ ਕਲਿੱਕ ਕਰਕੇ ਵੀ ਹਾਈਲਾਈਟ ਕਰ ਸਕਦੇ ਹਾਂ, ਲੇਕਿਨ ਗੱਲ ਉਹੀ ਹੈ, ਕੁਐਸਚਨ ਦੇ ਵਿੱਚ ਪੁੱਛਿਆ ਹੀ ਸ਼ਾਰਟਕਟ ਕੀ ਹੈ, ਤਾਂ ਆਪਾਂ Ctrl+Spacebar ਯੂਜ਼ ਕਰਾਂਗੇ ਇਹਦੇ ਲਈ। ਮੈਂ ਫਿਰ ਦੁਬਾਰਾ ਰਿਪੀਟ ਕਰ ਦਿੰਦਾ, ਇਹ ਸਾਰੇ ਉਹੀ ਕੁਐਸਚਨ ਨੇ ਜਿਹੜੇ ਆਪਾਂ ਰੀਸੈਂਟਲੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਾਂ ਬਾਰ-ਬਾਰ ਪੁੱਛੇ ਜਾਂਦੇ ਨੇ। ਤੇ ਜੇਕਰ ਆਪਾਂ ਨੂੰ ਰੋ ਸਿਲੈਕਟ ਕਰਨੀ ਹੋਵੇ, ਯਾਨੀ ਕਿ ਰੋ ਹਾਈਲਾਈਟ ਕਰਨੀ ਹੋਵੇ, ਤਾਂ ਉਹਦੇ ਲਈ ਆਪਾਂ Shift+Spacebar, ਯਾਨੀ ਕਿ ਕੋਲਮ ਦੇ ਲਈ ਕੰਟਰੋਲ ਤੇ ਰੋ ਲਈ ਸ਼ਿਫਟ। ਤੇ ਇਹਦੇ ਲਈ ਵੀ ਉਹੀ ਗੱਲ ਹੈ, ਟ੍ਰਿਕ ਹੈ। ਕੋਲਮ ਕਰਨਾ ਤਾਂ ਆਪਾਂ ਕੰਟਰੋਲ ਵਰਡ ਯੂਜ਼ ਕਰ ਲਾਂਗੇ, ਕਿਉਂਕਿ ਸਪੇਸਬਾਰ ਤਾਂ ਕਾਮਨ ਹੈ ਦੋਨਾਂ ਦੇ ਵਿੱਚ। ਕੋਲਮ ਲਈ ਕੰਟਰੋਲ। ਨੈਕਸਟ ਗੱਲ ਕਰ ਰਿਹਾ ਹੈ, ਵਿਚ ਆਫ ਦਾ ਫੋਲੋਇੰਗ ਸਿੰਟੈਕਸ ਇਜ਼ ਕਰੈਕਟ ਰਿਗਾਰਡਿੰਗ ਟੂ ਸਮ ਫੰਕਸ਼ਨ ਇਨ ਐਕਸਲ। ਯਾਨੀ ਕਿ ਆਪਾਂ ਨੰਬਰ ਐਡ ਕਰਨ ਲਈ ਸਮ ਫੰਕਸ਼ਨ ਯੂਜ਼ ਕਰਦੇ ਹਾਂ, ਤਾਂ 4 ਆਪਸ਼ਨ ਦਿੱਤੇ ਨੇ ਆਪਾਂ ਨੂੰ, ਇਹਨਾਂ ਵਿੱਚੋਂ ਕਿਹੜਾ ਕਰੈਕਟ ਹੈ। ਪਹਿਲੀ ਗੱਲ ਕਰਦਾ ਹੈਗਾ, ਦੇਖੋ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਕੋਈ ਵੀ ਫੰਕਸ਼ਨ ਵੀ ਲਾਣਾ ਆਪਾਂ ਤਾਂ ਪਹਿਲਾਂ ਤਾਂ ਇਕੁਅਲ ਟੂ ਯੂਜ਼ ਕਰਨਾ ਪੈਣਾ। ਦੈਟ ਮੀਨਸ ਆਪਾਂ ਨੇ ਇਕੁਅਲ ਟੂ ਕੀਤਾ, ਫਿਰ ਕਰ ਰਿਹਾ ਸਮ ਦੀ ਗੱਲ, ਫਿਰ ਆਪਾਂ ਕੀ ਕਰਨਾ, ਰੇਂਜ ਭਰਨੀ ਹੈ। ਜਿਵੇਂ ਕਿ ਮੈਂ ਗੱਲ ਕਰਾਂ, ਆਪਾਂ ਨਾ ਦੋ ਡੇਟਾ ਐਡ ਕਰਨੇ ਨੇ, ਤਾਂ ਆਪਾਂ ਕੀ ਕੀਤਾ, ਸਭ ਤੋਂ ਪਹਿਲਾਂ ਇਕੁਅਲ ਟੂ ਲਾਇਆ। ਚਲੋ ਆਪਾਂ ਉੱਪਰ ਦੇਖ ਲੈਂਦੇ ਹਾਂ ਫਾਰਮੂਲਾ ਬਾਹਰ, ਨਾ ਸਭ ਤੋਂ ਵਧੀਆ ਚੀਜ਼ ਦੇਖਣ ਲਈ। ਫਿਰ ਆਪਾਂ ਸਮ ਯੂਜ਼ ਕੀਤਾ, ਫਿਰ ਆਪਾਂ ਡਾਟਾ ਰੇਂਜ ਪਾਈ। ਕਿਉਂਕਿ ਮੈਂ ਇੱਥੇ A1 B1 ਇਸ ਕਰਕੇ ਨਹੀਂ ਪਾ ਸਕਦਾ, ਕਿਉਂਕਿ A1 ਦੇ ਵਿੱਚ ਵੀ ਕੁਝ ਨਹੀਂ ਹੈਗਾ ਤੇ B1 ਦੇ ਵਿੱਚ ਵੀ ਕੁਝ ਨਹੀਂ ਹੈਗਾ, ਤਾਂ ਇਸ ਕਰਕੇ ਮੈਂ ਇਹਨੂੰ D3 ਤੇ D4 ਨੂੰ ਲੈ ਰਿਹਾ। ਤੇ ਜਿੱਦਾਂ ਹੀ ਮੈਂ ਇਹਨਾਂ ਨੂੰ ਫਾਰਮੂਲਾ ਫਿਲ ਕੀਤਾ ਤੇ ਮੈਂ ਐਂਟਰ ਪ੍ਰੈਸ ਕੀਤਾ, ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆ ਗਿਆ ਐਡ ਹੋ ਕੇ। ਦੈਟ ਮੀਨਸ ਇਹ ਵਰਕ ਕਰੇਗਾ। ਜੇ ਸੈਕਿੰਡ ਆਪਸ਼ਨ ਦਿੱਤਾ ਹੋਇਆ ਹੈਗਾ, ਆਪਾਂ ਉਹ ਵੀ ਟਰਾਈ ਕਰ ਲੈਂਦੇ ਹਾਂ ਜੀ, ਕਿਉਂਕਿ ਇਹਦੇ ਵਿੱਚ ਕੀ ਸੀਗਾ, ਦੋਵਾਂ ਦੇ ਵਿੱਚ ਰੇਂਜ ਦੇ ਵਿੱਚ ਕੋਮਾ ਪਾਇਆ ਸੀਗਾ, ਇੱਥੇ ਜਿਹੜਾ ਹੈਗਾ ਇਹਨਾਂ ਨੇ ਕੋਲਨ ਪਾਤਾ। ਤਾਂ ਕੋਲਨ ਪਾ ਕੇ ਜਿਹੜਾ ਆਪਾਂ ਇੱਥੇ ਕਿਉਂ ਆਪਾਂ ਦੇਖ ਰਹੇ ਹਾਂ, ਆਹ ਫਾਰਮੂਲਾ ਆਪਾਂ ਫਿਲ ਕੀਤਾ ਇੱਥੇ, ਤੇ ਫਿਰ ਇਹਦਾ ਆਨਸਰ ਜਿਹੜਾ ਐਡ ਕਰਕੇ ਆ ਗਿਆ। ਦੈਟ ਮੀਨਸ ਇਹਦੇ ਨਾਲ ਵੀ ਹੋ ਸਕਦਾ ਹੈ। ਫਿਰ ਤੀਜਾ ਆਪਾਂ ਦੇਖਦੇ ਹਾਂ, ਤੀਜਾ ਆਪਸ਼ਨ ਕੀ ਕਹਿੰਦਾ ਹੈ ਜੀ, ਸਮ ਕਿਹਦਾ ਕਰਨਾ ਹੈ, A1 to A9 ਐਂਡ B1 to B9, ਯਾਨੀ ਕਿ ਇਹਨਾਂ ਸਾਰਿਆਂ ਦਾ ਸਮ ਕਰਨਾ ਹੈ। ਤਾਂ ਹੁਣ ਆਪਾਂ ਇਹ ਵਾਲਾ ਵੀ ਫਾਰਮੂਲਾ ਦੇਖ ਲੈਂਦੇ ਹਾਂ। ਹੁਣ ਉਹੀ ਗੱਲ ਆਪਾਂ ਫਿਰ ਫਾਰਮੂਲਾ ਯੂਜ਼ ਕੀਤਾ ਤੇ ਹੋਇਆ ਕਿ ਸਮ ਹੋ ਕੇ ਆ ਗਿਆ 1862। ਦੈਟ ਮੀਨਸ ਆ ਤਿੰਨੋਂ ਫਾਰਮੂਲੇ ਵਰਕਿੰਗ ਨੇ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ D, all of above। ਨੈਕਸਟ ਗੱਲ ਕਰ ਰਿਹਾ, what is an example of formula। ਜੇਕਰ ਆਪਾਂ ਸਟਾਰਟਿੰਗ ਨੀਚੋਂ ਤੋਂ ਗੱਲ ਕਰਦੇ ਹਾਂ, ਕਿਉਂਕਿ ਫਾਰਮੂਲਾ ਦੈਟ ਮੀਨਸ ਕੋਈ ਵੀ ਫਾਰਮੂਲਾ ਹੈ, ਕੀ ਆਨਸਰ ਸਹੀ ਹੈ, ਆਹ ਗਲਤ ਹੈ ਜੀ। ਕਿਉਂ ਗਲਤ ਹੈ, ਕਿਉਂਕਿ ਸਟਾਰਟ ਹੀ ਉਹ ਇਕੁਅਲ ਟੂ ਨਾਲ ਹੋਏਗਾ। ਦੈਟ ਮੀਨਸ ਆ ਦੋ ਆਪਸ਼ਨ ਤਾਂ ਵੈਸੇ ਹੀ ਖਤਮ ਕਰ ਦਿੰਦੇ ਆਪਾਂ। ਆਪਸ਼ਨ ਨੰਬਰ B ਤੇ ਆਉਂਦੇ ਹਾਂ, ਤਾਂ ਜਿਹੜਾ ਆ ਐਡ ਹੈ ਨਾ, ਇਹ ਸਮ ਲਈ ਯੂਜ਼ ਨਹੀਂ ਹੁੰਦਾ ਹੈਗਾ, ਐਡਰੈਸ ਲਈ ਯੂਜ਼ ਹੁੰਦਾ ਹੈ, ਤਾਂ ਇਸ ਕਰਕੇ ਆ ਵੀ ਗਲਤ ਹੋਏਗਾ। ਤਾਂ ਇਹਨੂੰ ਆਪਾਂ ਸਹੀ ਮੰਨਾਂਗੇ, ਕਿਉਂਕਿ ਜੇਕਰ ਆਪਾਂ ਨੇ ਓਬਵੀਅਸ ਹੀ ਗੱਲ ਹੈ, ਇੱਥੇ ਆਪਾਂ ਨੇ ਲਿਖ ਹੀ ਦਿੱਤਾ ਕਿ A1 ਦੇ ਵਿੱਚ A2 ਜੋੜਨਾ ਹੈਗਾ। ਹਾਂ,
ਜੇਕਰ ਆਪਾਂ ਇੱਥੇ ਪਲੱਸ ਦਾ ਸਾਈਨ ਨਾ ਯੂਜ਼ ਕਰਦੇ, ਕੁਝ ਕੋਮਾ ਜਾਂ ਕੋਲਨ ਯੂਜ਼ ਕਰਦੇ, ਫਿਰ ਕੁਝ ਵੀ ਨਹੀਂ ਹੋਣਾ ਸੀਗਾ, ਕਿਉਂਕਿ ਆਪਾਂ ਨੇ ਕੀ ਕਰਨਾ ਹੈਗਾ, ਐਗਜ਼ੈਕਟ ਫਾਰਮੂਲਾ ਦੱਸਣਾ ਹੈਗਾ ਕੋਈ। ਤਾਂ ਉਹ ਹੈਗਾ ਇਹ ਵਾਲਾ ਆਪਸ਼ਨ ਨੰਬਰ ਏ। ਵਿਚ ਕੀ ਡੂ ਯੂ ਪ੍ਰੈਸ ਟੂ ਚੈੱਕ ਸਪੈਲਿੰਗ। ਆਹ ਕੁਐਸਚਨ ਦਾ ਬਹੁਤ ਹੀ ਮੋਸਟ ਰਿਪੀਟਡ ਕੁਐਸਚਨ ਹੈ, ਯਾਨੀ ਕਿ ਸਪੈਲਿੰਗ ਚੈੱਕ ਕਰਨ ਲਈ ਆਪਾਂ ਕਿਹੜੇ ਕੀ ਯੂਜ਼ ਕਰਦੇ ਹਾਂ, ਉਹ ਆਪਾਂ ਨੂੰ ਪਤਾ ਹੈ। ਪਰਟੀਕੂਲਰ ਐਕਟਿਵ ਸੈੱਲ ਤੇ ਜਾ ਕੇ ਆਪਾਂ F7 ਕੀ ਨਾਲ ਯੂਜ਼ ਕਰਦੇ ਹਾਂ, ਤੇ ਜਿੱਦਾਂ ਹੀ ਆਪਾਂ ਕਿਸੇ ਤੇ ਕਲਿੱਕ ਕਰਕੇ ਯੂਜ਼ ਕਰਾਂਗੇ ਤਾਂ ਉਹ ਸੁਜੈਸ਼ਨ ਵੀ ਦੇਗਾ ਆਪਣੇ ਕਿ ਆਹ ਚੀਜ਼ ਹੋ ਸਕਦੀ ਹੈ। ਕਿਉਂਕਿ ਮੈਂ ਗੌਰਵ ਤੇ ਜਾ ਕੇ F7 ਪ੍ਰੈਸ ਕੀਤਾ ਸੀਗਾ, ਤਾਂ ਗੌਰਵ ਦੀ ਥਾਂ ਤੇ ਜਿਹੜੇ ਹੋਰ ਇੰਗਲਿਸ਼ ਵਰਡ ਨੇ ਉਹ ਇਹਨੇ ਸੁਜੈਸਟ ਕੀਤੇ। ਨੈਕਸਟ ਗੱਲ ਕਰ ਰਿਹਾ ਕੰਟਰੋਲ D ਸ਼ਾਰਟਕਟ ਕੀ ਹੈ ਐਕਸਲ ਦੀ ਕੀ ਕਰਨ ਲਈ। ਤਾਂ ਇਹ ਗੱਲ ਆਪਾਂ ਪ੍ਰੈਕਟੀਕਲੀ ਦੇਖ ਲੈਂਦੇ ਹਾਂ। ਬੇਸਿਕਲੀ ਇਹ ਹੁੰਦਾ ਹੈਗਾ ਫਿਲ ਡਾਊਨ ਦਾ ਸਿਲੈਕਸ਼ਨ, ਯਾਨੀ ਕਿ ਜਿਹੜੀ ਸਿਲੈਕਸ਼ਨ ਉੱਪਰ ਹੈ ਉਹ ਥੱਲੇ ਆ ਜਾਂਦੀ ਹੈ। ਉਹ ਕਿਵੇਂ, ਮੈਂ ਜਿਹੜਾ ਇੱਥੇ ਕਲਿੱਕ ਕੀਤਾ, ਯਾਨੀ ਕਿ ਐਕਟਿਵ ਸੈੱਲ ਕਿਹੜਾ ਹੋ ਗਿਆ ਮੇਰਾ E10, ਆ ਦੇਖ ਸਕਦੇ ਹੋ ਤੁਸੀਂ ਇੱਥੇ, ਤੇ E10 ਤੇ ਜਾ ਕੇ ਮੈਂ ਕੰਟਰੋਲ D ਪ੍ਰੈਸ ਕੀਤਾ। ਜਿੱਦਾਂ ਹੀ ਮੈਂ ਕੰਟਰੋਲ D ਪ੍ਰੈਸ ਕੀਤਾ ਤਾਂ ਜਿਹੜਾ ਉੱਪਰ ਵਾਲਾ ਕੰਮ ਸੀਗਾ ਉਹੀ ਥੱਲੇ ਐਜ਼ ਇਟ ਇਜ਼ ਆ ਗਿਆ, ਯਾਨੀ ਕਿ ਕਾਪੀ ਪੇਸਟ ਹੋ ਗਿਆ। ਤਾਂ ਹੋਇਆ ਕਿ ਫਿਲ ਡਾਊਨ ਦਾ ਸਿਲੈਕਸ਼ਨ ਹੋ ਗਈ, ਆਪਸ਼ਨ ਨੰਬਰ C। ਨੈਕਸਟ ਗੱਲ ਕਰ ਰਿਹਾ ਵਿਚ ਉਹਦਾ ਫੋਲੋਇੰਗ ਆਪਸ਼ਨ ਇਜ਼ ਨੋਟ ਲੋਕੇਟਡ ਇਨ ਦਾ ਪੇਜ ਸੈਟਅਪ ਡਾਇਲੋਗ ਬਾਕਸ। ਹੁਣ ਆਪਾਂ ਕੀ ਕਰਾਂਗੇ ਜੀ, ਪੇਜ ਸੈਟਅਪ ਡਾਇਲੋਗ ਬਾਕਸ ਓਪਨ ਕਰਾਂਗੇ, ਤੇ ਉਹਦੇ ਲਈ ਓਪਨ ਕਰਨ ਲਈ ਕੀ ਹੋਊਗਾ, ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਪੇਜ ਲੇਆਊਟ ਦੇ ਵਿੱਚ। ਆ ਦੇਖੋ ਤੁਸੀਂ, ਜਿੱਦਾਂ ਆਪਾਂ ਪੇਜ ਲੇਆਊਟ ਦੇ ਵਿੱਚ ਆਏ, ਇੱਥੇ ਤੁਹਾਨੂੰ ਇੱਕ ਐਰੋ ਦਿਖੇਗਾ। ਮੈਂ ਉਮੀਦ ਕਰਦਾ ਤੁਸੀਂ ਨਾਲ ਆਪਣੇ ਲੈਪਟਾਪ ਵੀ ਖੋਲ੍ਹਿਆ ਹੋਏਗਾ, ਉਹਦੇ ਵਿੱਚ ਐਕਸਲ ਸ਼ੀਟ ਖੋਲ੍ਹੀ ਹੋਏਗੀ, ਤਾਂ ਕਿ ਇੱਕ ਬੈਟਰ ਰਿਜ਼ਲਟ ਮਿਲ ਸਕੇ ਇਸ ਵੀਡੀਓ ਦਾ, ਤੁਹਾਨੂੰ ਯਾਦ ਰਹੇਗਾ, ਐਡਵਾਂਟੇਜ ਪੂਰੀ ਤਰ੍ਹਾਂ ਮਿਲੇਗੀ। ਹੁਣ ਜਿੱਦਾਂ ਹੀ ਤੁਸੀਂ ਥੱਲੇ ਵਾਲੀ ਐਰੋ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਦਾਂ ਦਾ ਪੇਜ ਸੈਟਅਪ ਦਾ ਉੱਪਰੋਂ ਦਿਖੇਗਾ, ਤੇ ਜਿੱਦਾਂ ਹੀ ਤੁਸੀਂ ਕਲਿੱਕ ਕਰ ਦੋਗੇ ਤਾਂ ਆ ਜਾਊਗਾ ਜੀ ਪੇਜ ਸੈਟਅਪ ਦੇ ਆਪਸ਼ਨ। ਹੁਣ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਆਪਸ਼ਨ ਨੰਬਰ D ਤੋਂ ਸਟਾਰਟ ਕਰਦੇ ਹਾਂ, ਹੈਡਰ ਐਂਡ ਫੂਟਰਸ। ਤਾਂ ਹੈਡਰ ਫੂਟਰਸ ਦਾ ਆਪਸ਼ਨ ਹੈਗਾ, ਦੈਟ ਮੀਨਸ ਇਹ ਆਨਸਰ ਨਹੀਂ ਹੈ ਕਿਉਂਕਿ ਨੋਟ ਲੋਕੇਟਡ। ਫਿਰ ਗੱਲ ਕਰਦਾ ਮਾਰਜਿਨ ਬਾਰੇ, ਤਾਂ ਆ ਦੇਖ ਰਹੇ ਆਪਾਂ ਮਾਰਜਿਨ ਦਾ ਆਪਸ਼ਨ ਵੀ ਹੈਗਾ। ਫਿਰ ਗੱਲ ਕਰ ਰਿਹਾ ਜੀ ਪੇਜ ਓਰੀਐਂਟੇਸ਼ਨ ਬਾਰੇ, ਆ ਦੇਖੋ ਪੇਜ ਓਰੀਐਂਟੇਸ਼ਨ ਵੀ ਹੈਗਾ, ਪੋਰਟਰੇਟ ਮੋਡ ਰੱਖਣਾ ਹੈ, ਲੈਂਡਸਕੇਪ ਰੱਖਣਾ ਹੈ। ਦੈਟ ਮੀਨਸ ਪੇਜ ਬ੍ਰੇਕਅਪ ਪ੍ਰੀਵਿਊ ਇਹਦੇ ਵਿੱਚ ਨਹੀਂ ਹੁੰਦਾ ਹੈਗਾ। ਤਾਂ ਆਨਸਰ ਕੀ ਹੋ ਜਾਊਗਾ, ਆਪਸ਼ਨ ਨੰਬਰ A, ਦੈਟ ਪੇਜ ਬ੍ਰੇਕ ਪ੍ਰੀਵਿਊ ਆਪਸ਼ਨ ਇਜ਼ ਨੋਟ ਲੋਕੇਟਡ in the page setup dialog box, option number A। next ਗੱਲ ਕਰਦਾ ਹੈਗਾ in excel by default numeric value appears in, ਯਾਨੀ ਕਿ ਜਿਹੜੀ ਆਪਣੀ ਐਕਸਲ ਸ਼ੀਟ ਹੁੰਦੀ ਹੈ ਉਹਦੇ ਵਿੱਚ ਆਪਾਂ ਕੋਈ ਨੂਮੈਰਿਕ ਵੈਲਿਊ ਪਾਉਂਦੇ ਹਾਂ, ਯਾਨੀ ਕਿ 1 2 3 4 5 ਵੀ ਕੁਝ ਵੀ ਪਾਉਂਦੇ ਹਾਂ, ਯਾਨੀ ਕਿ 0 to 9 ਤੱਕ ਜਿੰਨੇ ਵੀ ਉਹਨਾਂ ਦੇ ਆਪਾਂ ਪਲੇਸਿਸ ਤੇ ਰੱਖ ਸਕਦੇ ਹਾਂ। ਤਾਂ ਉਹ ਕੀ ਹੋਊਗਾ, ਲੈਫਟ ਅਲਾਈਨ ਹੋਊਗਾ, ਰਾਈਟ ਅਲਾਈਨ, ਸੈਂਟਰ ਅਲਾਈਨ ਜਾਂ ਜਸਟੀਫਾਈਡ ਅਲਾਈਨ। ਬੇਸਿਕਲੀ ਆਪਾਂ ਜਦੋਂ ਵੀ ਕੋਈ ਨੰਬਰ ਪਾਉਂਦੇ ਹਾਂ, ਜੇਕਰ ਆਪਾਂ ਉਹਦੀ ਅਲਾਈਨਮੈਂਟ ਸੈੱਟ ਨਹੀਂ ਕਰਦੇ ਤਾਂ ਬਾਈ ਡਿਫੋਲਟ ਨਾ ਉਹ ਰਾਈਟ ਅਲਾਈਨ ਹੋਏਗਾ। ਤਾਂ ਦੇਖ ਲਓ ਤੁਸੀਂ, ਮੈਂ 3 4 5 5 ਲਿਖੇ ਦੇਖਿਆ ਸੀਗਾ, ਜਿੱਦਾਂ ਮੇਰੇ ਕਿ ਐਂਟਰ ਮਾਰਦਾ ਤਾਂ ਉਹ ਵਰਡ ਇੱਧਰ ਸ਼ਿਫਟ ਹੋ ਜਾਂਦਾ ਹੈ, ਯਾਨੀ ਕਿ ਉਹ ਰਾਈਟ ਅਲਾਈਨ ਨੇ। ਤੇ ਜੇਕਰ ਮੈਂ ਅਲਫਾਬੈਟਸ ਦੀ ਗੱਲ ਕਰਾਂਗਾ ਉਹ ਲੈਫਟ ਅਲਾਈਨ ਨੇ। ਆ ਦੇਖ ਹੀ ਸਕਦੇ ਹੋ ਤੁਸੀਂ, ਇਹ ਤਾਂ ਇੱਕ ਸੈੱਲ ਦੇ ਬਿਲਕੁਲ ਰਾਈਟ ਸਾਈਡ ਤੇ ਜਾ ਕੇ ਉਹ ਲੈਫਟ ਸਾਈਡ ਤੇ ਆ ਕੇ। ਨੈਕਸਟ ਗੱਲ ਕਰਦਾ ਹੈ ਵਟ ਵਿਲ ਬੀ ਦਾ ਰਿਜ਼ਲਟ ਇਫ ਯੂ ਟਾਈਪ ਇਕੁਅਲ ਟੂ A1 ਇਜ਼ ਇਕੁਅਲ ਟੂ B1 ਇਨ ਸੈੱਲ C1, ਯਾਨੀ ਕਿ ਜਿਹੜੀ ਵੀ ਵੈਲਿਊ A1 ਦੇ ਵਿੱਚ ਹੈ ਤੇ B1 ਦੇ ਵਿੱਚ ਹੈ, ਇਹ ਆਪਾਂ ਟਾਈਪ ਕਿਹਦੇ ਵਿੱਚ ਕਰਨਾ, ਫਾਰਮੂਲਾ C1 ਦੇ ਵਿੱਚ। ਹੁਣ ਮੰਨ ਲਓ A1 ਦੇ ਵਿੱਚ ਟਾਈਪ ਹੈਗਾ 15, B1 ਦੇ ਟਾਈਪ ਹੈਗਾ 26। ਹੁਣ ਆਪਾਂ ਕੀ ਕੀਤਾ, ਸੈੱਲ C1 ਦੇ ਵਿੱਚ ਜਾ ਕੇ ਕੀ ਕੀਤਾ ਜੀ, ਆਦ ਐਜ਼ ਇਟ ਇਜ਼ ਇਹਦੇ ਵਿੱਚ ਲਿਖ ਦਿੱਤਾ। ਤਾਂ ਹੁਣ ਹੋਊਗਾ ਕੀ, ਯੈਸ ਔਰ ਨੋ ਦਾ ਆਪਸ਼ਨ ਆਊਗਾ, ਯਾਨੀ ਕਿ ਬੇਸਿਕਲੀ ਪੁੱਛ ਕੀ ਰਿਹਾ ਹੈਗਾ ਕਿ ਯਾਨੀ ਕਿ A1 ਹੈ ਉਹ B1 ਦੇ ਇਕੁਅਲ ਹੈਗਾ ਜਾਂ ਨਹੀਂ। ਹੁਣ ਦੇਖਣ ਵਾਲੀ ਗੱਲ ਇਹ ਹੈ ਜੇ ਇਕੁਅਲ ਹੈਗਾ ਤਾਂ ਕੀ ਲਿਖਿਆ ਹੋਊਗਾ। ਤਾਂ ਜਿੱਦਾਂ ਹੀ ਆਪਾਂ ਐਂਟਰ ਪ੍ਰੈਸ ਕਰ ਦੇਵਾਂਗੇ ਤਾਂ ਉਹ ਗੱਲ ਕਰੇਗਾ ਟਰੂ ਜਾਂ ਫਾਲਸ ਦੇ ਵਿੱਚ, ਯਾਨੀ ਕਿ ਜੇਕਰ ਬਰਾਬਰ ਹੋਊਗਾ ਤਾਂ ਟਰੂ ਦਿਖਾਊਗਾ, ਕਿਉਂਕਿ 15 26 ਦੇ ਵਿੱਚ ਫਰਕ ਹੈ ਜੀ, ਬਰਾਬਰ ਤਾਂ ਹੈ ਨਹੀਂ, ਤਾਂ ਦੈਟ ਮੀਨਸ ਡਿਫਰੈਂਟ, ਬਰਾਬਰ ਨਹੀਂ ਹੈ ਤਾਂ ਫਾਲਸ ਦਿਖਾ ਰਿਹਾ ਹੈਗਾ। ਤਾਂ ਆਪਸ਼ਨ ਨੰਬਰ B ਆ ਜਾਊਗਾ। ਹਾਲਾਂਕਿ ਇਹ ਵੀਡੀਓ ਥੋੜੀ ਜਿਹੀ ਲੰਬੀ ਜਾਏਗੀ, ਕਿਉਂਕਿ ਪਹਿਲਾਂ ਤਾਂ ਮੈਂ ਸੋਚ ਰਿਹਾ ਸੀਗਾ ਕਿ ਇਹਨੂੰ ਪਾਰਟਸ ਦੇ ਵਿੱਚ ਬਣਾਵਾਂ, ਲੇਕਿਨ ਉਹੀ ਹੈ ਜੇ ਪਾਰਟਸ ਦੇ ਵਿੱਚ ਬਣਾਉਂਦਾ ਤਾਂ ਹਫਤਾ ਕਵਰ ਕਰਨ ਦੇ ਵਿੱਚ ਲੱਗ ਜਾਂਦਾ, ਕਿਉਂਕਿ ਇੱਦਾਂ ਹੀ ਇਸੇ ਤਰਸ 'ਤੇ ਮੈਂ ਹੁਣ MS ਵਰਡ ਵੀ ਕਰਾਂਗਾ। ਤੇ ਹੋਰ ਵੀ ਜੇਕਰ ਕੋਈ ਤੁਸੀਂ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ, ਉਹ ਵੀ ਮੈਂ ਕਵਰ ਕਰਾਂਗਾ ਇਹਦੇ ਵਿੱਚ। ਪਾਵਰ ਪੁਆਇੰਟ ਦੇ ਕੁਐਸਚਨ ਵੀ ਆਪਾਂ ਇਹਦੇ ਵਿੱਚ ਲੈ ਕੇ ਆਵਾਂਗੇ। ਨੈਕਸਟ ਗੱਲ ਕਰ ਰਿਹਾ ਇੱਕ ਸਿੰਗਲ ਸੈੱਲ ਦੇ ਵਿੱਚ ਆਪਾਂ ਕਿੰਨੇ ਜ਼ਿਆਦਾ ਕਰੈਕਟਰ ਟਾਈਪ ਕਰ ਸਕਦੇ ਹਾਂ, ਯਾਨੀ ਕਿ ਸਿੰਗਲ ਸੈੱਲ ਦੇ ਵਿੱਚ, ਯਾਨੀ ਕਿ ਜਿਹੜਾ ਸਿੰਗਲ ਸੈੱਲ ਹੈ ਦੈਟ ਮੀਨਸ ਇੱਕ ਸਿੰਗਲ ਸੈੱਲ ਆ ਹੋ ਗਿਆ। ਤਾਂ ਇਹਦੇ ਵਿੱਚ ਆਪਾਂ ਮੈਕਸਿਮਮ 32,767 ਕਰੈਕਟਰ ਜਿਹੜੇ ਆ ਉਹ ਟਾਈਪ ਕਰ ਸਕਦੇ ਹਾਂ, ਆਪਸ਼ਨ ਨੰਬਰ B।
ਨੈਕਸਟ ਗੱਲ ਕਰ ਰਿਹਾ ਕਨਕੈਟੇਨੇਸ਼ਨ ਆਫ ਟੈਕਸਟ ਕੈਨ ਬੀ ਡਨ ਯੂਜ਼ਿੰਗ, ਯਾਨੀ ਕਿ ਜਿਹੜੀ ਕਨਕੈਟੇਨੇਸ਼ਨ ਹੈ ਬੇਸਿਕਲੀ ਆ ਹੁੰਦਾ ਹੈਗਾ ਜੀ ਐਮਪਰਸੈਂਟ ਦੇ ਨਾਲ, ਆ ਜਿਹੜਾ ਐਂਡ ਦਾ ਸਾਈਨ ਹੈ ਇਹਨੂੰ ਐਮਪਰਸੈਂਟ ਕਹਿੰਦੇ ਨੇ। ਹੁਣ ਕਨਕੈਟੇਨੇਸ਼ਨ ਹੁੰਦਾ ਕੀ ਹੈ ਆਪਾਂ ਉਹ ਵੀ ਦੇਖ ਲੈਂਦੇ ਹਾਂ। ਦੇਖੋ ਜੀ ਆਪਾਂ ਕਨਕੈਟੇਨੇਸ਼ਨ ਕਰਨ ਲਈ ਬੇਸਿਕਲੀ ਕਰ ਕੀ ਰਹੇ ਹਾਂ, ਮੈਂ ਤੁਹਾਨੂੰ ਕਨਕੈਟੇਨੇਸ਼ਨ ਮਤਲਬ ਕਿ ਆਪਾਂ ਕੰਮ ਕਰਾਂਗੇ ਇਸ ਲਈ ਮੈਂ ਪਹਿਲਾਂ ਇਹਨੂੰ ਲਿਖ ਦਿੱਤਾ। ਕਨਕੈਟੇਨੇਸ਼ਨ ਬੇਸਿਕਲੀ ਕੀ ਹੁੰਦਾ ਹੈ, ਦੋ ਚੀਜ਼ਾਂ ਨੂੰ ਜੋੜ ਕੇ ਇੱਕ ਕੋਲਮ ਦੇ ਵਿੱਚ ਲਿਖ ਦਿੱਤਾ ਜਾਂਦਾ ਹੈਗਾ। ਤਾਂ ਆਪਾਂ ਇੱਥੇ ਕੋਲਮ 'ਤੇ ਕਲਿੱਕ ਕੀਤਾ, ਐਕਟਿਵ ਸੈੱਲ ਬਣਿਆ, ਅਤੇ ਜਿੱਦਾਂ ਹੀ ਐਕਟਿਵ ਸੈੱਲ ਬਣਿਆ ਮੈਂ ਉਹਦੇ ਵਿੱਚ ਕੀ ਕੀਤਾ, ਇਕੁਅਲ ਟੂ, ਕਿਉਂਕਿ ਉਹ ਪਤਾ ਹੈ ਆਪਾਂ ਨੂੰ ਕੋਈ ਵੀ ਫਾਰਮੂਲਾ ਲਾਉਣਾ ਤਾਂ ਇਕੁਅਲ ਟੂ ਤਾਂ ਲਾਣਾ ਹੀ ਪੈਣਾ ਜੀ। ਫਿਰ ਜਿਹਨੂੰ ਆਪਾਂ ਕਨਕੈਟੇਨੇਟ ਕਰਨਾ ਹੈ ਉਹਨੂੰ ਆਪਾਂ ਲਿਖਾਂਗੇ, ਯਾਨੀ ਕਿ B3 ਨੂੰ। B3 ਦੇ ਵਿੱਚ ਕੀ ਹੈ ਜੀ, ਰਾਮ ਹੈਗਾ। ਉਸ ਤੋਂ ਬਾਅਦ ਆਪਾਂ ਐਮਪਰਸੈਂਟ ਦਾ ਆਪਸ਼ਨ ਲਾਇਆ, ਦੇਖੋ ਜੀ ਐਂਡ ਦਾ। ਫਿਰ ਮੈਂ ਲਿਖਿਆ D3, D3 ਦੇ ਵਿੱਚ ਹੈਗਾ 456, ਅਤੇ ਜਿੱਦਾਂ ਹੀ ਮੈਂ ਐਂਟਰ ਪ੍ਰੈਸ ਕੀਤਾ ਤੁਸੀਂ ਦੇਖ ਰਹੇ ਹੋ ਜਿਹੜਾ B3 ਸੀਗਾ ਉਹ ਸੀਗਾ ਰਾਮ, ਅਤੇ D3 ਸੀਗਾ 456, ਤਾਂ ਉਹ ਇਕੱਠਾ ਕਨਕੈਟੇਨੇਟ ਹੋ ਗਿਆ। ਦੈਟ ਮੀਨਸ ਕਨਕੈਟੇਨੇਸ਼ਨ ਆਫ ਟੈਕਸਟ ਕੈਨ ਬੀ ਡਨ ਯੂਜ਼ਿੰਗ ਐਮਪਰਸੈਂਟ, ਆਪਸ਼ਨ ਨੰਬਰ D। ਇਹ ਕਾਫੀ ਇੰਪੋਰਟੈਂਟ ਹੈ, ਅੱਗੇ ਕੁਐਸਚਨ ਦੇ ਵਿੱਚ ਵੀ ਆਊਗਾ, ਯਾਨੀ ਕਿ ਕੁਝ 43 ਜਾਂ 45 ਕੁਐਸਚਨ ਨੰਬਰ ਦੇ ਵਿੱਚ ਵੀ ਇਹਨੂੰ ਆਪਾਂ ਯੂਜ਼ ਕਰਾਂਗੇ। ਨੈਕਸਟ ਗੱਲ ਕਰਦਾ ਹੈ ਵੈਨ ਦਾ ਫਾਰਮੂਲਾ ਬਾਰ ਇਜ਼ ਐਕਟੀਵੇਟਡ ਯੂ ਕੈਨ ਸੀ। ਪਹਿਲਾਂ ਇਸ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੰਪੋਰਟੈਂਟ ਗੱਲ ਦੱਸ ਦੇਵਾਂ, ਥੋੜ੍ਹਾ ਜਿਹਾ ਧਿਆਨ ਰੱਖੋ ਇਸ ਗੱਲ ਦਾ ਕਿ ਕਿਉਂਕਿ ਆ 2021 ਚੱਲਦਾ ਪਿਆ, 22 ਦੇ ਵਿੱਚ ਇਲੈਕਸ਼ਨ ਹੋਣੇ, ਤਾਂ ਹੁਣ ਵੋਟਾਂ ਨੇ, ਤਾਂ ਇਸ ਕਰਕੇ ਤੁਹਾਡੇ ਆ ਐਗਜ਼ਾਮ ਜਿਹੜੇ ਨੇ ਇੰਨੇ ਜ਼ਿਆਦਾ ਤੁਹਾਨੂੰ ਦੇਖਣ ਨੂੰ ਵੈਕੈਂਸੀਆਂ ਮਿਲ ਰਹੀਆਂ ਨੇ। ਅਤੇ ਹੁਣ ਜਾ ਕੇ ਜਦੋਂ ਹੁਣ 2027 ਦੇ ਵਿੱਚ ਐਗਜ਼ਾਮ ਮਤਲਬ ਕਿ ਵੋਟ ਪੈਣਗੀਆਂ ਤਾਂ 2026 ਦੇ ਵਿੱਚ ਵੋਟ ਆਉਣਗੀਆਂ, ਯਾਨੀ ਕਿ 2026 ਦੇ ਵਿੱਚ ਇੰਨੀ ਵੈਕੈਂਸੀਆਂ ਆਉਣਗੀਆਂ। ਹੁਣ ਤੁਸੀਂ ਆਹ ਦੇਖ ਸਕਦੇ ਹੋ ਵੀ ਇਸੇ ਸਾਲ ਤੁਹਾਨੂੰ ਜੋਬ ਚਾਹੀਦੀ ਹੈ ਜਾਂ ਫਿਰ 4-5 ਸਾਲ ਅਟੈਂਪਟ ਲਈ ਟਰਾਈ ਕਰਨਾ ਹੈ, ਵੇਟ ਕਰਨਾ ਹੈ, ਤਾਂ ਬੈਟਰ ਆਹੀ ਹੈ ਜੀ, ਤੁਹਾਡੇ ਕੋਲ ਸਾਹਮਣੇ ਹੀ ਜੋਬ ਪਈ ਹੈ, ਤੁਸੀਂ ਲੈ ਸਕਦੇ ਹੋ। ਕਰਨਾ ਕੁਛ ਨਹੀਂ ਹੈਗਾ, ਥੋੜ੍ਹਾ ਜਿਹਾ ਜ਼ਿਆਦਾ ਪੜ੍ਹਨਾ ਹੈਗਾ, ਥੋੜ੍ਹਾ ਜਿਹਾ ਐਕਸਲਰੇਟ ਕਰਨਾ ਖੁਦ ਨੂੰ। ਡੇਲੀ ਦੇ ਨਾ ਸਮੋਲ ਆਪਣੇ ਗੋਲਸ ਬਣਾਓ, ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਸਾਰੇ ਗੋਲ ਅਚੀਵ ਕਰੋ ਕਿ ਮੈਂ ਇੰਨਾ ਪੜ੍ਹਨਾ ਸੀ ਪੜ੍ਹ ਲਿਆ, ਕਿਸੇ ਹੋਰ ਸਬਜੈਕਟ ਦਾ ਕਿੰਨਾ ਪੜ੍ਹਨਾ ਸੀ ਉਹਨਾਂ ਕਰ ਲਿਆ। ਛੋਟੇ ਸਟੈਪਸ ਦੇ ਨਾਲ ਤੁਸੀਂ ਸਾਰਾ ਸਿਲੇਬਸ ਕਵਰ ਕਰ ਲਓਗੇ। ਹਾਲੇ ਵੀ ਮਹੀਨਾ ਸਵਾ ਮਹੀਨਾ ਪਿਆ, ਥੋੜ੍ਹੀ ਜਿਹੀ ਤਿਆਰੀ ਖਿੱਚ ਕੇ ਰੱਖੋ। ਹੁਣ ਬੈਕ ਟੂ ਕੁਐਸਚਨ, ਵੈਨ ਦਾ ਫਾਰਮੂਲਾ ਬਾਰ ਇਜ਼ ਐਕਟੀਵੇਟਡ ਯੂ ਕੈਨ ਸੀ, ਯਾਨੀ ਕਿ ਫਾਰਮੂਲਾ ਬਾਰ ਜਦੋਂ ਐਕਟੀਵੇਟ ਹੋ ਜਾਂਦਾ, ਫਾਰਮੂਲਾ ਬਾਰ ਕਿਹੜਾ, ਜਿਹੜਾ ਜਿਹੜੀ ਹੈ ਫਾਰਮੂਲਾ ਬਾਰ ਹੈ। ਤਾਂ ਇੱਥੇ ਮੈਂ ਕਲਿੱਕ ਕੀਤਾ ਤਾਂ ਹੋ ਕੀ ਗਿਆ ਜੀ, ਹੁਣ ਆਪਾਂ ਦੇਖ ਰਹੇ ਹਾਂ ਨਾ, ਇੱਥੇ ਪਹਿਲਾਂ ਇਕੱਲਾ ਫੰਕਸ਼ਨ ਲਿਖਿਆ ਹੋਇਆ ਸੀਗਾ, ਅਤੇ ਜਿੱਦਾਂ ਹੀ ਮੈਂ ਇਹਨੂੰ ਐਕਟੀਵੇਟ ਕੀਤਾ ਤਾਂ ਇੱਥੇ ਚੈੱਕ ਦਾ ਸਾਈਨ ਵੀ ਆ ਗਿਆ ਅਤੇ ਕ੍ਰੋਸ ਦਾ ਸਾਈਨ ਵੀ ਆ ਗਿਆ। ਬੇਸਿਕਲੀ ਇਹ ਜਿਹੜਾ ਕ੍ਰੋਸ ਦਾ ਸਾਈਨ ਹੈ ਉਹ ਕੈਂਸਲ ਬਟਨ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਚੈੱਕ ਹੈ ਉਹ ਐਂਟਰ ਬਟਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ, ਅਤੇ ਐਡਿਟ ਫਾਰਮੂਲਾ ਬਟਨ ਦਾ ਇਹਦੇ ਵਿੱਚ ਹੈ ਹੀ। ਤਾਂ ਦੈਟ ਮੀਨਸ ਆਪਸ਼ਨ ਨੰਬਰ ਸੀ, all of above is the right answer। ਨੈਕਸਟ ਗੱਲ ਕਰ ਰਿਹਾ what does VLOOKUP function do, ਯਾਨੀ ਕਿ VLOOKUP ਫੰਕਸ਼ਨ ਜਿਹੜਾ ਹੁੰਦਾ ਉਹ ਕੀ ਕੰਮ ਕਰਦਾ ਹੈਗਾ। ਬੇਸਿਕਲੀ ਉਹ ਜਿਹੜਾ ਜੇਕਰ ਮੈਂ VLOOKUP ਯੂਜ਼ ਕਰਾਣਾ ਤਾਂ ਘੱਟੋ ਘੱਟ 15-20 ਮਿੰਟ ਨਾਲ ਹੋਰ ਜ਼ਿਆਦਾ ਲੱਗਣੇ ਹੈ, ਤਾਂ ਇਸ ਕਰਕੇ ਮੈਂ ਤੁਹਾਨੂੰ ਇਹਦਾ ਪ੍ਰੈਕਟੀਕਲ ਕਰਕੇ ਤਾਂ ਨਹੀਂ ਦਿਖਾਵਾਂਗਾ, ਲੇਕਿਨ ਜਸਟ ਇਹਨਾਂ ਦੱਸ ਦਿੰਦਾ ਕਿ VLOOKUP ਜਿਹੜਾ ਹੈ ਨਾ ਉਹ ਆਪਾਂ ਰਿਲੇਟਡ ਰੈਕੋਰਡਸ ਚੈੱਕ ਕਰਨ ਲਈ ਆਪਾਂ ਯੂਜ਼ ਕਰਦੇ ਹਾਂ, ਫਾਈਂਡ ਆਊਟ ਕਰਨ ਲਈ। ਤਾਂ ਇਹਦਾ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ। ਯਾਨੀ ਕਿ ਆਪਾਂ ਇੱਕ ਤੋਂ ਜ਼ਿਆਦਾ ਵਰਕਸ਼ੀਟ ਦੇ ਵਿੱਚ ਨਾ ਵੀ ਪਹਿਲੀ ਵਰਕਸ਼ੀਟ ਅਤੇ ਦੂਜੀ ਵਰਕਸ਼ੀਟ ਦੇ ਵਿੱਚ ਰਿਲੇਟਡ ਡੇਟਾ ਫਾਈਂਡ ਕਰ ਸਕਦੇ ਹਾਂ ਉਹਦੇ ਵਿੱਚ। ਨੈਕਸਟ ਗੱਲ ਕਰ ਰਿਹਾ ਯੂ ਕੈਨ ਐਡਿਟ ਐਗਜ਼ਿਸਟਿੰਗ ਐਕਸਲ ਡੇਟਾ ਬਾਈ ਪ੍ਰੈਸਿੰਗ ਦਾ। ਕੋਈ ਵੀ ਐਗਜ਼ਿਸਟਿੰਗ ਡੇਟਾ ਹੈਗਾ ਨਾ ਉਹਨੂੰ ਆਪਾਂ F2 ਦੀ ਜਿਹੜੀ ਕੀ ਆ ਉਹਨੂੰ ਪ੍ਰੈਸ ਕਰਕੇ ਉਹਨੂੰ ਕਰ ਸਕਦੇ ਹਾਂ। ਜਿਵੇਂ ਮੰਨ ਲਓ ਕੋਈ ਫਾਈਲ ਦਾ ਨਾਮ ਨਾ ਤੁਸੀਂ ਲਿਖਦਾ ਸੁਨੀਲ, ਅਤੇ ਉਹਨੂੰ ਰੀਨੇਮ ਕਰਨਾ ਹੈਗਾ, ਤਾਂ ਉਸ ਫਾਈਲ 'ਤੇ ਜਾ ਕੇ ਨਾ ਤੁਸੀਂ F1 ਕੀ ਯੂਜ਼ ਕਰੋਗੇ ਨਾ ਤਾਂ ਉਹਨੂੰ ਤੁਸੀਂ ਰੀਨੇਮ ਕਰ ਸਕਦੇ ਹੋ। ਤਾਂ F2 ਕੀ ਜਿਹੜੀ ਹੈ ਇਹਦਾ ਸਹੀ ਆਨਸਰ ਹੋਏਗਾ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਓਲਡੈਸਟ ਸਪਰੈਡਸ਼ੀਟ ਪੈਕੇਜ, ਯਾਨੀ ਕਿ ਸਭ ਤੋਂ ਪੁਰਾਣਾ ਸਪਰੈਡਸ਼ੀਟ ਪੈਕੇਜ ਕੌਣ ਸਾ ਹੈਗਾ। ਹੁਣ ਤਾਂ ਆਪਾਂ ਐਕਸਲ ਯੂਜ਼ ਕਰ ਰਹੇ ਹਾਂ, ਲੇਕਿਨ ਸਭ ਤੋਂ ਪਹਿਲਾਂ ਕੌਣ ਹੈ ਉਹ ਹੈਗਾ ਜੀ VC ਕੈਲਸੀ, ਜਿਹੜਾ ਕਿ 1979 ਦੇ ਵਿੱਚ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਜਿਹੜਾ ਪੋਪੂਲਰ ਡੋਸ ਬੇਸ ਸਪਰੈਡਸ਼ੀਟ ਪੈਕੇਜ ਸੀਗਾ ਉਹ ਸੀਗਾ ਜੀ ਲੋਟਸ 123, ਇਹਨੂੰ ਹੀ ਰਿਪਲੇਸ ਕਰਕੇ MS ਆਫਿਸ ਆਇਆ ਸੀਗਾ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਫਾਰਮੂਲਾ ਵਿਲ ਐਕਸਲ ਨੋਟ ਬੀ ਏਬਲ ਟੂ ਕੈਲਕੂਲੇਟ, ਯਾਨੀ ਕਿ ਇਹਨਾਂ ਵਿੱਚੋਂ ਕਿਹੜਾ ਫਾਰਮੂਲਾ ਜਿਹੜਾ ਉਹ ਗਲਤ ਹੈ। ਦੇਖੋ ਜੀ ਪਹਿਲਾਂ ਤਾਂ ਆਪਾਂ ਪਤਾ ਸੀਗਾ ਕਿ ਇਕੁਅਲ ਟੂ ਸਾਈਨ ਚੈੱਕ ਕਰਨਾ, ਉਹ ਤਾਂ ਚਾਰਾਂ ਦੇ ਵਿੱਚ ਹੈ। ਫਿਰ ਗੱਲ ਕਰ ਰਿਹਾ ਸਮ ਦੇ ਬਾਰੇ, ਦੈਟ ਮੀਨਸ ਆ ਵੀ ਸਹੀ ਹੈ, ਲੇਕਿਨ ਇਹਨਾਂ ਤਿੰਨਾਂ ਵਿੱਚ ਆਪਾਂ ਦੇਖ ਰਹੇ ਨਾ ਕੁਛ ਰੇਂਜ ਦਿੱਤੀ ਹੋਈ ਹੈ, ਭਾਵੇਂ ਮਲਟੀਪਲਾਈ ਕਰਨ ਨੂੰ ਕਿਹਾ, ਡਿਵਾਈਡ ਕਰਨ ਨੂੰ ਕਿਹਾ, ਮਾਈਨਸ ਕਰਨ ਨੂੰ ਕਿਹਾ, ਉਹ ਡਿਫਰੈਂਟ ਗੱਲ ਹੈ, ਲੇਕਿਨ ਕੋਈ ਨਾ ਕੋਈ ਪਰਟੀਕੂਲਰ ਰੇਂਜ ਦਿੱਤੀ ਹੋਈ ਹੈ। ਲੇਕਿਨ ਜੇ ਮੈਂ ਆਪਸ਼ਨ ਨੰਬਰ A ਦੇ ਵਿੱਚ ਗੱਲ ਕਰਾਂ ਤਾਂ ਇੱਥੇ ਇਹਨਾਂ ਨੇ ਇਕੱਲਾ ਨਾ ਸੇਲਸ ਲਿਖਤਾ, ਜੋ ਕਿ ਇੱਕ ਤਰ੍ਹਾਂ ਦਾ ਅਨਡਿਫਾਈਨਡ ਹੈਗਾ, ਕਿਉਂਕਿ ਰੇਂਜ ਦੇ ਬਾਰੇ ਤਾਂ ਗੱਲ ਹੀ ਨਹੀਂ ਕੀਤੀ, ਕਿਉਂਕਿ ਆਪਾਂ ਕੋਈ ਵੀ ਫਾਰਮੂਲਾ ਲਾਉਂਦੇ ਹਾਂ ਤਾਂ ਰੇਂਜ ਦੇ ਬਾਰੇ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਰੇਂਜ ਨਹੀਂ ਹੈ। ਦੈਟ ਮੀਨਸ ਆਪਸ਼ਨ ਨੰਬਰ A ਨੂੰ ਐਕਸਲ ਕੈਲਕੂਲੇਟ ਨਹੀਂ ਕਰ ਪਾਏਗਾ।
ਨੈਕਸਟ ਗੱਲ ਕਰਦਾ ਹੈ ਵਿਚ ਬਟਨ ਡੂ ਯੂ ਕਲਿੱਕ ਟੂ ਐਡ ਅਪ ਸੀਰੀਜ਼ ਆਫ ਨੰਬਰ, ਯਾਨੀ ਕਿ ਕਿਸੇ ਵੀ ਸੀਰੀਜ਼ ਦੇ ਨੰਬਰ ਨੂੰ ਐਡ ਕਰਨ ਲਈ ਆਪਾਂ ਕਿਹੜਾ ਬਟਨ ਯੂਜ਼ ਕਰ ਸਕਦੇ ਹਾਂ। ਹਾਲਾਂਕਿ ਫਾਰਮੂਲਾ ਤਾਂ ਆਪਾਂ ਯੂਜ਼ ਕਰ ਹੀ ਸਕਦੇ ਹਾਂ, ਲੇਕਿਨ ਉਹਦੇ ਕੋਈ ਇੱਕ ਪਰਟੀਕੂਲਰ ਬਟਨ ਵੀ ਹੈਗਾ, ਤਾਂ ਉਹ ਬਟਨ ਹੈਗਾ ਜੀ ਦਾ ਆਟੋ ਸਮ ਬਟਨ। ਕਿਵੇਂ ਯੂਜ਼ ਕਰਾਂਗੇ ਆਪਾਂ? ਮੰਨ ਲਓ ਆਪਾਂ ਨੂੰ ਇਹਦੀ ਜਿਹੜਾ ਹੈ ਸਮ ਕਰਨਾ ਹੈਗਾ, ਇਹਦਾ ਤਾਂ ਆਪਣੇ ਕੋਲ ਆਲਰੇਡੀ ਹੈਗਾ ਹੀ ਹੈ ਇੱਥੇ, ਤਾਂ ਆਪਾਂ ਜਿਹੜਾ E10 ਹੈ ਉੱਥੇ ਸਮ ਕਰਨਾ ਹੈ, ਤਾਂ ਆਪਾਂ E10 ਤੇ ਕਲਿੱਕ ਕਰਕੇ ਆਪਾਂ ਕਲਿੱਕ ਕਰਾਂਗੇ ਜੀ ਆਟੋ ਸਮ ਤੇ, ਯਾਨੀ ਕਿ ਇੱਥੇ ਕਲਿੱਕ ਕੀਤਾ ਤੇ ਫਿਰ ਆਪਾਂ ਸਿੱਧਾ ਆਪਸ਼ਨ ਜਾ ਕੇ ਕਲਿੱਕ ਕਰਾਂਗੇ ਆਟੋ ਸਮ ਦੇ ਉੱਪਰ। ਜੇ ਤੁਸੀਂ ਲੈਪਟਾਪ ਖੋਲ੍ਹਿਆ ਹੋਇਆ ਨਾਲ ਨਾਲ ਤੁਸੀਂ ਕਰਕੇ ਦੇਖ ਵੀ ਸਕਦੇ ਹੋ। ਤੇ ਆਟੋ ਸਮ ਤੇ ਕਲਿੱਕ ਕਰਨ ਤੋਂ ਬਾਅਦ ਉਹ ਨਾ ਆਪਣੇ ਆਪ ਹੀ ਜਿਹੜੀ ਹੈ ਆ ਰੇਂਜ ਸਿਲੈਕਟ ਕਰਕੇ ਤੁਹਾਨੂੰ ਦਿਖਾ ਦੇਗਾ, ਕਿਉਂਕਿ ਜਿਹਦੇ ਥੱਲੇ ਤੁਹਾਨੂੰ ਲਿਖਿਆ ਹੈ ਨਾ, ਜਿਹਦੇ ਥੱਲੇ ਤੁਸੀਂ ਜਾ ਕੇ ਕਰੋਗੇ ਕਲਿੱਕ, ਤਾਂ ਉਹਦੇ ਉੱਪਰ ਵਾਲੀ ਦੀ ਰੇਂਜ ਉਹ ਜਿਹੜਾ ਹੈ ਉਹ ਕਲੈਕਟ ਕਰੇਗਾ, ਤੇ ਨਾਲ ਦੀ ਨਾਲ ਜਿੱਦਾਂ ਤੁਸੀਂ ਐਂਟਰ ਮਾਰੋਗੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਐਡ ਹੋ ਗਿਆ। ਤਾਂ ਇਹ ਆਪਾਂ ਕਰਦੇ ਹਾਂ ਜੀ ਆਟੋ ਸਮ ਬਟਨ ਦੇ ਨਾਲ। ਨੈਕਸਟ ਗੱਲ ਕਰਦਾ ਹੈਗਾ ਜੀ ਵਿਚ ਫੰਕਸ਼ਨ ਵਿਲ ਯੂ ਯੂਜ਼ ਟੂ ਐਂਟਰ ਕਰੰਟ ਟਾਈਮ ਇਨ ਏ ਵਰਕਸ਼ੀਟ ਸੈੱਲ। ਇਹ ਕੁਐਸਚਨ ਤਾਂ ਜੀ ਬਹੁਤ ਵਾਰ ਪੁੱਛਿਆ ਗਿਆ, ਟਾਈਮ ਬਾਰੇ ਪੁੱਛਿਆ ਗਿਆ, ਡੇਟ ਬਾਰੇ ਪੁੱਛਿਆ ਗਿਆ ਹੈਗਾ, ਤਾਂ ਉਹਦਾ ਕਿਹੜਾ ਫੰਕਸ਼ਨ ਆਪਾਂ ਯੂਜ਼ ਕਰਦੇ ਹਾਂ। ਤਾਂ ਜਦੋਂ ਵੀ ਆਪਾਂ ਕਰੰਟ ਟਾਈਮ ਦੇ ਬਾਰੇ ਗੱਲ ਕਰਦੇ ਹਾਂ ਤਾਂ ਆਪਾਂ ਪ੍ਰੈਸ ਕਰਦੇ ਹਾਂ ਜੀ ਕੰਟਰੋਲ ਸ਼ਿਫਟ ਤੇ ਸੈਮੀ ਕੋਲਨ। ਇਹਨਾਂ ਨੂੰ ਦੋ ਡੋਟਸ ਨੂੰ ਆਪਾਂ ਕੋਲਨ ਕਹਿੰਦੇ ਹਾਂ, ਤੇ ਜਿੱਦਾਂ ਹੀ ਇੱਕ ਡੋਟ ਨਾਲ ਇੱਕ ਕੋਮਾ ਆ ਜਾਂਦਾ ਤਾਂ ਆਪਾਂ ਇਹਨੂੰ ਸੈਮੀ ਕੋਲਨ ਕਹਿ ਦਿੰਦੇ ਹਾਂ। आता ਸੀਗਾ ਕਰੰਟ ਟਾਈਮ ਜਾਣਨ ਲਈ। ਜੇਕਰ ਕਰੰਟ ਡੇਟ ਜਾਣਨੀ ਹੈ ਉਸ ਟਾਈਮ ਤੇ ਆਪਾਂ ਕੀ ਕਰਾਂਗੇ, ਸ਼ਿਫਟ ਨੂੰ ਹਟਾ ਦਾਂਗੇ, ਯਾਨੀ ਕਿ ਕੰਟਰੋਲ ਪਲੱਸ ਸੈਮੀ ਕੋਲਨ ਦੇ ਨਾਲ ਆਪਾਂ ਡੇਟ ਆ ਜਾਊਗੀ, ਯਾਨੀ ਕਿ ਕਿਸੇ ਵੀ ਸੈੱਲ ਤੇ ਜਾ ਕੇ ਤੁਸੀਂ ਆ ਯੂਜ਼ ਕਰੋਗੇ ਤਾਂ ਉਹ ਕੰਮ ਹੋ ਜਾਵੇਗਾ। ਨੈਕਸਟ ਗੱਲ ਕਰ ਰਿਹਾ ਜਿਹੜੇ ਮੈਕਰੋਜ਼ ਹੈ ਉਹ ਰਨ ਜਾਂ ਫਿਰ ਐਗਜ਼ੀਕਿਊਟ ਕਿਹੜੇ ਮੈਨੂ ਤੋਂ ਹੁੰਦੇ ਨੇ, ਤਾਂ ਉਹ ਹੁੰਦੇ ਨੇ ਜੀ ਵਿਊ, ਯਾਨੀ ਕਿ ਵਿਊ ਤੇ ਜਾ ਕੇ ਤੁਸੀਂ ਮੈਕਰੋਜ਼ ਨੂੰ ਰਨ ਜਾਂ ਐਗਜ਼ੀਕਿਊਟ ਕਰ ਸਕਦੇ ਹੋ। ਨੈਕਸਟ ਗੱਲ ਕਰ ਰਿਹਾ ਵਿਦਾਊਟ ਯੂਜ਼ਿੰਗ ਦਾ ਮਾਊਸ ਔਰ ਐਰੋ ਕੀ, ਯਾਨੀ ਕਿ ਨਾ ਤਾਂ ਮਾਊਸ ਯੂਜ਼ ਕਰਨਾ ਨਾ ਆਪਾਂ ਐਰੋ ਕੀ ਯੂਜ਼ ਕਰਨੀ। ਗੱਲ ਕਰ ਰਿਹਾ what is the fastest way of getting to cell A1 in the spreadsheet। ਆ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ, ਜਿਹੜਾ ਸਭ ਤੋਂ ਪਹਿਲਾ ਸੈੱਲ ਹੁੰਦਾ ਫਸਟ ਸੈੱਲ ਉਹਨੂੰ ਆਪਾਂ A1 ਕਹਿੰਦੇ ਆ। ਹੁਣ ਮੰਨ ਲਓ ਆਪਾਂ ਕਿਸੇ ਨਾ ਕਿਸੇ Z26 ਤੇ ਕੰਮ ਕਰ ਰਹੇ ਹਾਂ ਮੰਨ ਲਓ, ਤੇ ਆਪਾਂ ਜਾਣਾ ਹੈਗਾ A1 ਤੇ, ਨਾ ਤਾਂ ਆਪਾਂ ਮਾਊਸ ਦਾ ਕੰਮ ਸਹਾਰਾ ਲੈਣਾ ਨਾ ਆਪਾਂ ਐਰੋ ਕੀਜ਼ ਦਾ। ਆਪਾਂ ਕੀ ਕਰਾਂਗੇ ਜੀ, ਆਪਾਂ ਪ੍ਰੈਸ ਕਰ ਦੇਵਾਂਗੇ ਕੰਟਰੋਲ ਪਲੱਸ ਹੋਮ, ਤਾਂ ਉਹ ਆਪਾਂ ਨੂੰ ਕਿੱਥੇ ਲੈ ਜਾਏਗਾ ਜੀ, ਉਹ ਸਭ ਤੋਂ ਪਹਿਲੇ ਸੈੱਲ ਤੇ ਲੈ ਜਾਏਗਾ, ਆਪਸ਼ਨ ਨੰਬਰ A। ਨੈਕਸਟ ਗੱਲ ਕਰ ਰਿਹਾ ਯੂ ਕੈਨ ਐਂਟਰ ਵਿਚ ਟਾਈਪ ਆਫ ਡੇਟਾ ਇਨਟੂ ਵਰਕਸ਼ੀਟ ਸੈੱਲ, ਯਾਨੀ ਕਿ ਆਪਾਂ ਕਿਸ ਤਰ੍ਹਾਂ ਦਾ ਡੇਟਾ ਵਰਕਸ਼ੀਟ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਲੇਬਲਸ ਯੂਜ਼ ਕਰ ਸਕਦੇ ਹਾਂ, ਵੈਲਿਊ ਯੂਜ਼ ਕਰ ਸਕਦੇ ਹਾਂ, ਫਾਰਮੂਲਾ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਅਕੇਲੇ ਲੇਬਲਸ ਯੂਜ਼ ਕਰ ਸਕਦੇ ਹਾਂ ਵੈਲਿਊ ਬਟ ਫਾਰਮੂਲਾਜ਼ ਨਹੀਂ। ਤਾਂ ਫਾਰਮੂਲਾਜ਼ ਤਾਂ ਆਪਾਂ ਯੂਜ਼ ਕਰਦੇ ਹਾਂ, ਦੈਟ ਮੀਨਸ ਆ ਤਾਂ ਗਲਤ ਹੋ ਜਾਊਗਾ ਜੀ। ਗੱਲ ਕਰ ਰਿਹਾ ਵੈਲਿਊਜ਼ ਐਂਡ ਫਾਰਮੂਲਾਜ਼ ਬਟ ਲੇਬਲ ਨਹੀਂ ਯੂਜ਼ ਕਰ ਸਕਦੇ। ਨੈਕਸਟ ਗੱਲ ਕਰ ਰਿਹਾ ਫਾਰਮੂਲਾਜ਼ ਓਨਲੀ। ਹੁਣ ਆਪਾਂ ਦੇਖਦੇ ਹਾਂ ਆਪਣੀ ਇੱਕ ਵਰਕਸ਼ੀਟ ਦੇ ਐਗਜ਼ਾਮਪਲ ਦੇ ਨਾਲ। ਇਹ ਜਿਹੜੇ ਨਾ ਲਿਖੇ ਹੋਏ ਜਿਹੜੇ ਆਪਾਂ ਟੈਗ ਟਾਈਟਲ ਲਿਖੇ ਹੋਏ ਆ ਨੇਮ ਕਲਾਸ ਵਗੈਰਾ, ਇਹ ਸਾਰੇ ਹੁੰਦੇ ਨੇ ਜੀ ਲੇਬਲਸ, ਤੇ ਜਿਹੜੀ ਅੰਦਰ ਆਪਾਂ ਡੇਟਾ ਇਨਪੁਟ ਕਰਦੇ ਆ ਉਹਨੂੰ ਵੈਲਿਊਜ਼ ਕਹਿੰਦੇ ਆ, ਤੇ ਕੋਈ ਵੀ ਫਾਰਮੂਲਾ ਜਿਵੇਂ ਆਪਾਂ ਦੇਖ ਰਹੇ ਹਾਂ ਇਹ ਆਪਾਂ ਕਰ ਸਕਦੇ ਹਾਂ। ਦੈਟ ਮੀਨਸ ਆਪਾਂ ਵਰਕਸ਼ੀਟ ਦੇ ਵਿੱਚ ਲੇਬਲ ਵੀ ਯੂਜ਼ ਕਰ ਸਕਦੇ ਹਾਂ, ਜਿਹੜਾ ਆ ਹੈਗਾ ਵੈਲਿਊਜ਼ ਤਾਂ ਪਾਈ ਸਕਦੇ ਹਾਂ, ਤੇ ਫਾਰਮੂਲਾ ਵੀ। ਤਾਂ ਆਨਸਰ ਆ ਜਾਊਗਾ ਆਪਸ਼ਨ ਨੰਬਰ A। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਨਾਟ ਅਵੇਲੇਬਲ ਇਨ ਪੇਸਟ ਸਪੈਸ਼ਲ ਡਾਇਲੌਗ ਬਾਕਸ। ਹੁਣ ਫਿਰ ਆਪਾਂ ਦੁਬਾਰਾ ਤੋਂ ਪੇਸਟ ਸਪੈਸ਼ਲ ਡਾਇਲੌਗਸ ਬਾਕਸ ਖੋਲਾਂਗੇ, ਯਾਨੀ ਕਿ ਪਹਿਲਾਂ ਆਪਾਂ ਕੋਈ ਚੀਜ਼ ਕਾਪੀ ਕਰਾਂਗੇ ਤੇ ਪੇਸਟ ਕਰਨ ਲਈ ਆਪਾਂ ਸਪੈਸ਼ਲ ਡਾਇਲੌਗ ਬਾਕਸ ਖੋਲਾਂਗੇ। ਜਿਵੇਂ ਮੰਨ ਲਓ ਮੈਂ ਇਹਨੂੰ ਕਾਪੀ ਕਰਨਾ ਹੈਗਾ, ਇਹ 'ਤੇ ਕਲਿੱਕ ਕਰਕੇ ਮੈਂ ਜਿੱਦਾਂ ਹੀ ਰਾਈਟ ਕਲਿੱਕ ਕਰਾਂਗਾ ਤਾਂ ਪੇਸਟ ਸਪੈਸ਼ਲ ਬਟਨ 'ਤੇ ਜਾ ਕੇ ਮੈਂ ਫਿਰ ਦੁਬਾਰਾ ਕਲਿੱਕ ਕਰਾਂਗਾ ਤਾਂ ਇੱਕ ਨਵਾਂ ਡਾਇਲੌਗ ਬਾਕਸ ਖੁੱਲ੍ਹੇਗਾ। ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਾ ਕਿਹੜਾ ਕਿਹੜਾ ਆਪਰੇਸ਼ਨ ਹੈਗਾ, ਮਲਟੀਪਲਾਈ ਹੈਗਾ, ਡਿਵਾਈਡ ਹੈਗਾ, ਸਬਟਰੈਕ ਹੈਗਾ ਤੇ ਐਡ ਹੈਗਾ। ਕੀ ਕਿਤੇ ਵੀ ਤੁਹਾਨੂੰ ਸਕੁਏਅਰ ਰੂਟ ਦਿਖ ਰਿਹਾ ਇਹਦੇ ਵਿੱਚ? ਜੀ ਨਹੀਂ, ਕਿਉਂਕਿ ਐਡ ਆ ਹੋ ਗਿਆ, ਸਬਟਰੈਕ ਆ ਥੱਲੇ ਵਾਲਾ ਹੋ ਗਿਆ, ਡਿਵਾਈਡ ਆ ਹੋ ਗਿਆ, ਈਵਨ ਮਲਟੀਪਲਾਈ ਵੀ ਹੈਗਾ, ਲੇਕਿਨ ਸਕੁਏਅਰ ਰੂਟ ਦਾ ਕਿਤੇ ਵੀ ਆਪਸ਼ਨ ਨਹੀਂ ਦਿੱਤਾ ਹੋਇਆ। ਤਾਂ ਆਨਸਰ ਕੀ ਹੋ ਜਾਊਗਾ, ਆਪਸ਼ਨ ਨੰਬਰ D, that square root option is not available in the paste special dialog box, ਆਪਸ਼ਨ ਨੰਬਰ D। ਨੈਕਸਟ ਗੱਲ ਕਰਦਾ ਹੈ which command will you choose to convert a column of data into rows। ਯਾਨੀ ਕਿ ਜਿਹੜੀ ਡੇਟਾ ਰੋ ਦੇ ਵਿੱਚ ਲਿਖਿਆ ਹੋਇਆ ਉਹਨੂੰ ਕੋਲਮ ਦੇ ਵਿੱਚ ਲਿੱਤਾ ਜਾ ਸਕਦਾ ਹੈ, ਜਿਹੜਾ ਕੋਲਮ ਦੇ ਵਿੱਚ ਲਿਖਿਆ ਹੋਇਆ ਉਹਨੂੰ ਰੋ ਦੇ ਵਿੱਚ ਲਾਇਆ ਜਾ ਸਕਦਾ ਹੈ। ਉਹਦੇ ਲਈ ਆਪਾਂ ਕੀ ਕਰਦੇ ਹੁੰਦੇ ਹਾਂ ਜੀ, ਰਾਈਟ ਕਲਿੱਕ ਕਰਕੇ ਪੇਸਟ ਸਪੈਸ਼ਲ ਦੇ ਵਿੱਚ ਟਰਾਂਸਪੋਰਟ ਯੂਜ਼ ਕਰਦੇ ਹਾਂ, ਯਾਨੀ ਕਿ ਟਰਾਂਸਪੋਜ਼ ਦੇਖ ਰਹੇ ਹੋ ਤੁਸੀਂ, ਟਰਾਂਸਪੋਜ਼ ਦਾ ਆਪਸ਼ਨ ਹੈਗਾ, ਟਰਾਂਸਪੋਜ਼ ਯੂਜ਼ ਕਰਦੇ ਹਾਂ, ਯਾਨੀ ਕਿ ਉਹ ਰੋ ਨੂੰ ਕੋਲਮ ਬਣਾ ਦਿੰਦਾ ਤੇ ਕੋਲਮ ਨੂੰ ਰੋ। ਐਗਜ਼ਾਮਪਲ ਆਪਾਂ ਦੇਖ ਲੈਂਦੇ ਹਾਂ। ਦੇਖੋ ਮੈਂ ਫਸਟ ਤੇ ਕਲਿੱਕ ਕਰਕੇ
ਉਹਨੂੰ ਕਾਪੀ ਕਰਕੇ ਜਿੱਦਾਂ ਹੀ ਇੱਥੇ ਪੇਸਟ ਕਰਨ ਲਈ ਮੈਂ ਰਾਈਟ ਕਲਿੱਕ ਪੇਸਟ ਸਪੈਸ਼ਲ ਦੇ ਵਿੱਚ ਗਿਆ ਤਾਂ ਮੈਂ ਟਰਾਂਸਪੋਰਟ ਤੇ ਕਲਿੱਕ ਕਰਤਾ। ਜਿੱਦਾਂ ਹੀ ਮੈਂ ਟਰਾਂਸਪੋਜ਼ ਤੇ ਕਲਿੱਕ ਕੀਤਾ, ਆਹ ਦੇਖ ਰਹੇ ਹੋ ਤੁਸੀਂ ਕਿਵੇਂ ਆ ਗਿਆ ਜੀ। ਜਿਹੜਾ ਇਹ ਵਾਲਾ ਡੇਟਾ ਸੀ ਨਾ ਰੋ ਵਾਲਾ, ਆ ਕੋਲਮ ਦੇ ਵਿੱਚ ਸੈੱਟ ਹੋ ਕੇ ਆ ਗਿਆ। ਦੈਟ ਮੀਨਸ ਆਪਾਂ ਰਾਈਟ ਕਲਿੱਕ ਕਰਕੇ ਪੇਸਟ ਸਪੈਸ਼ਲ ਦੇ ਵਿੱਚ ਜਾ ਕੇ ਟਰਾਂਸਪੋਜ਼ ਦਾ ਆਪਸ਼ਨ ਯੂਜ਼ ਕਰਾਂਗੇ। ਨੈਕਸਟ ਗੱਲ ਕਰ ਰਿਹਾ ਟੂ ਰਿਟਰਨ ਦਾ ਰਿਮਾਈਂਡਰ ਆਫਟਰ a number is divided by a divisor in a excel we use the function। ਯਾਨੀ ਕਿ ਮੰਨ ਲਓ ਜੇਕਰ ਮੈਂ 21 ਨੂੰ 21 ਨੂੰ ਮੈਂ 5 ਨਾਲ ਡਿਵਾਈਡ ਕਰਦਾ ਹਾਂ ਤਾਂ ਆਪਾਂ ਨੂੰ ਪਤਾ ਹੈ 4 ਤੇ ਜਾਏਗਾ ਤੇ 20 ਕਰਕੇ ਆ ਇੱਕ ਜਿਹੜਾ ਹੈ ਉਹ ਰਿਮਾਈਂਡਰ ਆ ਜਾਏਗਾ। ਲੇਕਿਨ ਇਹ ਰਿਮਾਈਂਡਰ ਜੇ ਐਕਸਲ ਦੇ ਵਿੱਚ ਆਪਾਂ ਲੈ ਕੇ ਆਉਣਾ ਤਾਂ ਆਪਾਂ ਕੀ ਯੂਜ਼ ਕਰਾਂਗੇ। ਤਾਂ ਮੰਨ ਲਓ ਜਿਵੇਂ ਮੈਂ A ਨੂੰ 100 ਮੰਨ ਲਿਆ ਤੇ B ਨੂੰ ਮੰਨ ਲਿਆ 12। ਫਿਰ ਆਪਾਂ ਯੂਜ਼ ਕਰਾਂਗੇ ਫਾਰਮੂਲਾ ਕੀ ਯੂਜ਼ ਕੀਤਾ, ਇਕੁਅਲ ਟੂ ਯੂਜ਼ ਕਰਕੇ ਮੋਡ ਬਟਨ ਯੂਜ਼ ਕੀਤਾ ਤੇ ਇਹਨਾਂ ਜਿਹੜੇ ਰੇਂਜ ਸੀ ਸੈੱਲ ਦੀ ਪਾਈ। ਜਿੱਦਾਂ ਮੈਂ ਸੈੱਲ ਰੇਂਜ ਪਾ ਕੇ ਐਂਟਰ ਮਾਰਿਆ ਤਾਂ ਇੱਥੇ ਮੋਡ ਕੀ ਆ ਗਿਆ 4 ਆ ਗਿਆ। 4 ਕਿਉਂ ਆਇਆ ਜੀ, ਇਹ ਗੱਲ ਆਪਾਂ ਨੂੰ ਪਤਾ ਹੈ ਕਿਉਂਕਿ 12 8 96 ਹੁੰਦਾ ਹੈਗਾ ਤਾਂ 4 ਹੀ ਜਿਹੜਾ ਹੈ ਰਿਮਾਈਂਡਰ ਬਚੂਗਾ। ਤਾਂ ਦੈਟ ਮੀਨਸ ਮੋਡ ਆਪਾਂ ਇਹਦੇ ਵਿੱਚ ਰਿਮਾਈਂਡਰ ਲਈ ਯੂਜ਼ ਕਰਾਂਗੇ, ਯਾਨੀ ਕਿ ਰਿਮਾਈਂਡਰ ਆਊਗਾ ਮੋਡ ਯੂਜ਼ ਕਰਕੇ। ਨੈਕਸਟ ਗੱਲ ਕਰ ਰਿਹਾ ਹਾਊ ਮੈਨੀ ਵਰਕਸ਼ੀਟਸ ਕੈਨ ਏ ਵਰਕਬੁੱਕ ਹੈਵ, ਯਾਨੀ ਕਿ ਜਿਹੜੀ ਇੱਕ ਵਰਕਬੁੱਕ ਹੈ ਆਪਣੀ ਉਹਦੇ ਵਿੱਚ ਆਪਾਂ ਕਿੰਨੀ ਸ਼ੀਟਸ ਯੂਜ਼ ਕਰ ਸਕਦੇ ਹਾਂ। ਤਾਂ ਉਹ ਕਰ ਸਕਦੇ ਹਾਂ ਜੀ ਆਪਾਂ, ਜਿਵੇਂ ਦੇਖ ਰਹੇ ਹੋ ਨਾ ਆਹ ਵਾਲੀ A ਸ਼ੀਟ ਦੀ ਗੱਲ ਕਰ ਰਿਹਾ, ਸ਼ੀਟ ਨੰਬਰ 1 2 3, ਕਿਉਂਕਿ ਆਪਾਂ ਇੱਥੇ ਪ੍ਰੈਸ ਕਰਕੇ ਆਪਾਂ ਇਹਨੂੰ ਵਧਾ ਵੀ ਸਕਦੇ ਹਾਂ। ਤੇ ਕਿੰਨਾ ਵਧਾ ਸਕਦੇ ਹਾਂ ਉਹ ਗੱਲ ਕਰ ਰਿਹਾ ਜਿੰਨੀ ਅਵੇਲੇਬਲ ਮੈਮਰੀ ਹੋਊਗੀ, ਯਾਨੀ ਕਿ ਕੋਈ ਲਿਮਿਟ ਨਹੀਂ ਹੈਗੀ, ਉਹ ਮੈਮਰੀ ਦੇ ਹਿਸਾਬ ਨਾਲ ਹੀ ਰਹੂਗੀ। ਫਿਰ ਗੱਲ ਕਰ ਰਿਹਾ ਯੂ ਐਕਸੀਡੈਂਟਲੀ erased a record in the sheet what command can be used to restore it automatically। ਯਾਨੀ ਕਿ ਮੰਨ ਲਓ ਤੁਸੀਂ ਕੰਮ ਕਰ ਰਹੇ ਹੋ ਤੇ ਬਾਈ ਮਿਸਟੇਕ ਤੁਹਾਡੇ ਕੋਲੋਂ ਬੈਕ ਸਪੇਸ ਜਾਂ ਡਿਲੀਟ ਦਾ ਬਟਨ ਕਲਿੱਕ ਹੋ ਜਾਂਦਾ ਹੈਗਾ। ਦੈਟ ਮੀਨਸ ਕੀ ਹੋਊਗਾ, ਐਕਸੀਡੈਂਟਲੀ ਆਪਾਂ ਇਰੇਜ਼ ਕਰਤਾ ਕੋਈ ਡੇਟਾ, ਉਸ ਡੇਟੇ ਨੂੰ ਵਾਪਸ ਲੈਣ ਲਈ ਆਪਾਂ ਕੀ ਕਰਦੇ ਹਾਂ ਜੀ, ਆਪਾਂ ਅਨਡੂ ਬਟਨ ਯੂਜ਼ ਕਰਦੇ ਹਾਂ। ਯਾਨੀ ਕਿ ਆਪਾਂ Ctrl+Z ਦੀ ਕਮਾਂਡ ਯੂਜ਼ ਕਰਦੇ ਹਾਂ ਤੇ ਆ ਮੋਸਟ ਆਫਨ ਯੂਜ਼ ਹੋਣ ਵਾਲੀ ਕਮਾਂਡ ਹੈ। ਮੈਂ ਤਾਂ ਬਹੁਤ ਜ਼ਿਆਦਾ ਗਲਤੀਆਂ ਕਰਦਾ ਤਾਂ ਮੇਰੀ ਤਾਂ ਉਂਗਲੀਆਂ ਨਾ Ctrl+Z ਤੇ ਹੀ ਰਹਿੰਦੀ ਜਦੋਂ ਵੀ ਮੈਂ ਕੰਮ ਕਰ ਰਿਹਾ ਹੁੰਦਾ। ਤਾਂ ਆਨਸਰ ਹੋਊਗਾ ਆਪਸ਼ਨ ਨੰਬਰ C। ਫਿਰ ਗੱਲ ਕਰ ਰਿਹਾ ਨੋਟ ਐਂਡ ਔਰ ਐਂਡ ਐਕਜ਼ੋਰ। ਆ ਜਿਹੜੇ ਕਿਹੜੇ ਆਪਰੇਸ਼ਨ ਨੇ, ਆ ਲੌਜੀਕਲ ਆਪਰੇਸ਼ਨ ਨੇ, ਅਰਥਮੈਟਿਕ ਆਪਰੇਸ਼ਨ ਨੇ, ਰਿਲੇਸ਼ਨਲ ਆਪਰੇਸ਼ਨ ਨੇ, ਜਾਂ ਇਹਨਾਂ ਵਿੱਚੋਂ ਕੁਝ ਵੀ ਨਹੀਂ। ਜੇਕਰ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਸਾਇੰਸ ਬੈਕਗਰਾਊਂਡ ਦਾ ਬੱਚਾ ਰਹੇਗਾ ਨਾ ਉਹ ਤਾਂ ਸਮਝਦਾ ਹੋਣਾ, ਕਿਉਂਕਿ ਇਲੈਕਟ੍ਰੋਨਿਕਸ ਦੇ ਵਿੱਚ ਨਾ ਆਪਾਂ ਇਹੋ ਜਿਹੇ ਗੇਟ ਯੂਜ਼ ਕਰਦੇ ਸੀਗੇ। ਤਾਂ ਆ ਜਿਹੜੇ ਹੁੰਦੇ ਨੇ ਆ ਲੌਜੀਕਲ ਆਪਰੇਸ਼ਨ ਹੁੰਦੇ ਨੇ। ਅਰਥਮੈਟਿਕ ਦੇ ਵਿੱਚ ਕਿਹੜਾ ਹੁੰਦਾ, ਜਿਵੇਂ ਪਲੱਸ ਹੋ ਗਿਆ, ਮਾਈਨਸ, ਮਲਟੀਪਲਾਈ ਵਗੈਰਾ ਵਗੈਰਾ, ਅਰਥਮੈਟਿਕ ਹੋ ਗਏ। ਰਿਲੇਸ਼ਨ ਦੇ ਵਿੱਚ ਆ ਗ੍ਰੇਟਰ ਦੈਨ ਕੌਣ ਹੈ, ਲੈਸ ਦੈਨ ਕੌਣ ਹੈ ਵਗੈਰਾ, ਤਾਂ ਐਕਸੈਟਰਾ ਜਿਹੜੇ ਨੇ ਆ ਰਿਲੇਸ਼ਨ ਦੇ ਵਿੱਚ ਆਉਂਦੇ ਨੇ। ਤਾਂ ਇਹਨੂੰ ਆਪਾਂ ਕਹਾਂਗੇ ਲੌਜੀਕਲ ਆਪਰੇਟਰਸ, ਨੋਟ ਐਂਡ ਔਰ। ਨੈਕਸਟ ਗੱਲ ਕਰ ਰਿਹਾ MS Excel ਕੈਨ ਬੀ ਯੂਜ਼ਡ ਟੂ ਆਟੋਮੇਟ। ਯਾਨੀ ਕਿ MS Excel ਕਿਹਦੇ ਲਈ ਯੂਜ਼ ਕੀਤਾ ਜਾ ਸਕਦਾ ਹੈ। ਆਪਸ਼ਨ ਕਹਿ ਰਿਹਾ ਫਾਈਨੈਂਸ਼ੀਅਲ ਸਟੇਟਮੈਂਟ, ਬਿਜ਼ਨਸ ਫੋਰਕਾਸਟਿੰਗ ਲਈ। ਆਪਸ਼ਨ ਨੰਬਰ B ਕਹਿੰਦਾ ਹੈ ਟ੍ਰਾਂਜੈਕਸ਼ਨ ਰਜਿਸਟਰ, ਇਨਵੈਂਟਰੀ ਕੰਟਰੋਲ ਦੇ ਲਈ। ਥਰਡ ਗੱਲ ਕਰ ਰਿਹਾ ਅਕਾਊਂਟਸ ਰਿਸੀਵੇਬਲ ਲਈ, ਜਾਂ ਫਿਰ ਅਕਾਊਂਟ ਪੇਏਬਲ ਲਈ, ਜਾਂ ਫਿਰ ਐਨੀ ਆਫ ਅਬਵ। ਤਾਂ ਆਪਾਂ MS Excel ਨੂੰ ਇਹਨਾਂ ਸਾਰੀਆਂ ਚੀਜ਼ਾਂ ਲਈ ਯੂਜ਼ ਕਰ ਸਕਦੇ ਹਾਂ। ਤਾਂ ਆਨਸਰ ਆ ਜਾਊਗਾ ਆਪਸ਼ਨ ਨੰਬਰ D, ਐਨੀ ਆਫ ਅਬਵ। ਨੈਕਸਟ ਗੱਲ ਕਰ ਰਿਹਾ ਵਾਟ ਇਜ਼ ਦਾ ਸ਼ਾਰਟਕਟ ਕੀ ਟੂ ਇਨਸਰਟ ਨਿਊ ਸ਼ੀਟ ਇਨ ਕਰੰਟ ਵਰਕਬੁੱਕ। ਯਾਨੀ ਕਿ ਤੁਹਾਡੇ ਕੋਲ ਕੋਈ ਕਰੰਟ ਵਰਕਬੁੱਕ ਚੱਲ ਰਹੀ ਹੈ, ਉਹਦੇ ਵਿੱਚ ਨਾ ਕੋਈ ਨਵੀਂ ਸ਼ੀਟ ਤੁਸੀਂ ਐਡ ਕਰਨੀ ਹੈ। ਸ਼ੀਟ ਕਿਵੇਂ, ਮੈਂ ਤੁਹਾਨੂੰ ਦਿਖਾਉਣਾ। ਆ ਜਿਹੜੀ ਸ਼ੀਟ ਹੈ ਨਾ ਤੁਸੀਂ ਇੱਥੇ ਯੂਜ਼ ਕਰਨੀ ਹੈ, ਯਾਨੀ ਕਿ ਜਿਵੇਂ ਸ਼ੀਟ ਨੰਬਰ 5 ਆਊਗੀ ਹੁਣ, ਤੇ ਇੱਕ ਸ਼ੀਟ ਐਕਸਟਰਾ ਤੁਸੀਂ ਲੈਣੀ ਹੈ, ਤਾਂ ਉਹਦੇ ਲਈ ਤੁਸੀਂ ਯੂਜ਼ ਕੀ ਕਰੋਗੇ, ਉਹ ਯੂਜ਼ ਕਰੋਗੇ ਤੁਸੀਂ ਆਪਸ਼ਨ ਨੰਬਰ D, Shift F11। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ। ਤਾਂ ਆ ਵੀ ਫਾਰਮੂਲੇ ਦਿੱਤੇ ਗਏ ਨੇ ਜੀ, ਪੁੱਛਿਆ ਗਿਆ ਹੈਗਾ ਐਵਰੇਜ ਦੇ। ਯਾਨੀ ਕਿ ਐਵਰੇਜ ਲਈ ਆਪਾਂ ਐਵਰੇਜ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਐਡ ਕਰਨਾ ਹੁੰਦਾ ਤਾਂ ਆਪਾਂ ਸਮ ਯੂਜ਼ ਕਰਦੇ ਹਾਂ ਉਹਦੇ ਲਈ। ਐਵਰੇਜ ਲਈ ਆਪਾਂ AVG ਯੂਜ਼ ਨਹੀਂ ਕਰਾਂਗੇ। ਇਹ ਬਹੁਤ ਵਾਰ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਪੇਪਰ ਦੇ ਵਿੱਚ, ਤਾਂ AVG ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈਗਾ। ਆਪਾਂ ਐਵਰੇਜ ਨੂੰ ਕੰਪਲੀਟ ਯੂਜ਼ ਕਰਾਂਗੇ। ਇਹਦੇ ਵਿੱਚ ਕੀ ਕੀਤਾ ਗਿਆ, ਕੋਈ ਰੇਂਜ ਤਾਂ ਦਿੱਤੀ ਨਹੀਂ ਹੋਈ ਲੇਕਿਨ ਨੂਮੈਰਿਕ ਦਿੱਤੇ ਹੋਏ ਨੇ। ਜੇਕਰ ਆਪਾਂ ਇਹ ਡੇਟਾ ਯੂਜ਼ ਕਰਾਂਗੇ ਤਾਂ ਆਪਾਂ ਨੂੰ ਕੋਈ ਨਾ ਕੋਈ ਆਨਸਰ ਮਿਲ ਜਾਵੇਗਾ। ਸੈਕਿੰਡ ਦੇ ਵਿੱਚ ਦੱਸਿਆ ਹੋਏਗਾ, ਰੇਂਜ ਦੱਸੀ ਹੋਈ ਹੈ, ਯਾਨੀ ਕਿ A1 B1 C1 ਇਹਨਾਂ ਤਿੰਨਾਂ ਦੀ ਐਵਰੇਜ ਕੀ ਹੋਊਗੀ ਉਹਦੇ ਬਾਰੇ। ਤੇ ਆਪਸ਼ਨ ਨੰਬਰ C ਦੇ ਵਿੱਚ ਕੀ ਆਏਗਾ, ਐਵਰੇਜ ਕਿਹਦੀ ਕੱਢਣੀ ਹੈ, A1 ਤੋਂ ਲੈ ਕੇ A9 ਤੱਕ ਦੀ ਤੇ B1 ਤੋਂ ਲੈ ਕੇ B9 ਤੱਕ ਦੀ। ਯਾਨੀ ਕਿ ਇਹ ਤਿੰਨੋਂ ਫਾਰਮੂਲੇ ਕਿਤੇ ਨਾ ਕਿਤੇ ਤਾਂ ਫਿੱਟ ਬੈਠਣਗੇ ਹੀ, ਗਲਤ ਨਹੀਂ ਹੈਗੇ। ਦੈਟ ਮੀਨਸ ਕਰੈਕਟ ਕਿਹੜਾ ਹੈ, ਆਲ ਆਫ ਅਬਵ, ਆ ਸਾਰੇ ਹੀ ਕਰੈਕਟ ਨੇ।
ਨੈਕਸਟ ਗੱਲ ਕਰ ਰਿਹਾ ਹੈ ਵੈਨ ਯੂ ਸੀ a cell with a red triangle in the top right corner what does this signify। ਕਈ ਵਾਰ ਆਪਾਂ ਸੈੱਲ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਕੋਰਨਰ ਹੁੰਦਾ ਨਾ ਉਹਦੇ ਵਿੱਚ ਰੈੱਡ ਕਲਰ ਦਾ ਆਪਾਂ ਨੂੰ ਦਿਖਦਾ, ਜਿਵੇਂ ਆ ਹੋ ਗਿਆ ਨਾ ਰੈੱਡ ਕਲਰ। ਇਹ ਗੱਲ ਕਹਿ ਰਿਹਾ ਵੀ ਇਹਦਾ ਮਤਲਬ ਕੀ ਹੁੰਦਾ ਹੈਗਾ, ਤਾਂ ਇਹਦਾ ਮਤਲਬ ਹੁੰਦਾ ਹੈ ਕਿ ਇੱਥੇ ਕੋਈ ਨਾ ਕੋਈ ਕਮੈਂਟ ਦਿੱਤਾ ਹੋਇਆ ਹੋਵੇਗਾ। ਦੈਟ ਮੀਨਸ ਦੇਅਰ ਇਜ਼ ਏ ਕਮੈਂਟ ਐਸੋਸੀਏਟਡ ਵਿਦ ਦਾ ਸੈੱਲ। ਹੁਣ ਇਹ ਤਾਂ ਚਲ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਰੈੱਡ ਹੈਗਾ ਦੇ ਰਾਈਟ ਕੋਰਨਰ ਦੇ ਵਿੱਚ ਤਾਂ ਕੋਈ ਨਾ ਕੋਈ ਕਮੈਂਟ ਹੈਗਾ। ਜੇਕਰ ਆਪਾਂ ਖੁਦ ਕੋਈ ਕਮੈਂਟ ਲਿਖਣਾ ਹੋਵੇ ਤਾਂ ਆਪਾਂ ਕੀ ਕਰਾਂਗੇ ਜੀ, ਆਪਾਂ ਇੱਕ ਐਕਟਿਵ ਸੈੱਲ ਦੇ ਵਿੱਚ ਜਾ ਕੇ ਨਾ ਸ਼ਿਫਟ ਪਲੱਸ F2 ਕੀ ਪ੍ਰੈਸ ਕਰਾਂਗੇ, ਅਤੇ ਜਿੱਦਾਂ ਹੀ ਆਪਾਂ F2 ਕੀ ਪ੍ਰੈਸ ਕਰਾਂਗੇ ਸ਼ਿਫਟ ਦੇ ਨਾਲ, ਉੱਥੇ ਇੱਕ ਬਾਕਸ ਖੁੱਲ੍ਹ ਜਾਏਗਾ ਅਤੇ ਆਪਾਂ ਜਿੰਨਾ ਵੀ ਚਾਹੁੰਦੇ ਹਾਂ ਕੋਈ ਵੀ ਕਮੈਂਟ ਦੇਣਾ ਆਪਾਂ ਉੱਥੇ ਦੇ ਸਕਦੇ ਹਾਂ। ਤਾਂ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਇਹ ਕੁਐਸਚਨ ਆਈ ਥਿੰਕ ਦੁਬਾਰਾ ਤੋਂ ਰਿਪੀਟ ਹੋ ਗਿਆ ਹੈਗਾ। ਨੈਕਸਟ ਗੱਲ ਕਰਦੇ ਹਾਂ, ਟੂ ਡਰੈਗ ਏ ਸਿਲੈਕਟਡ ਰੇਂਜ ਆਫ ਡੇਟਾ ਟੂ ਅਨਦਰ ਵਰਕਸ਼ੀਟ ਇਨ ਦਾ ਸੇਮ ਵਰਕਬੁੱਕ ਯੂਜ਼ ਦਾ। ਯਾਨੀ ਕਿ ਇੱਕ ਪਰਟੀਕੂਲਰ ਵਰਕਸ਼ੀਟ ਦੇ ਵਿੱਚ, ਯਾਨੀ ਕਿ ਮੰਨ ਲਓ ਕੋਈ ਵਰਕਸ਼ੀਟ ਨੰਬਰ 1 ਹੈ, ਉਹਦੇ ਵਿੱਚੋਂ ਕੋਈ ਡੇਟਾ ਕਾਪੀ ਕਰਕੇ, ਯਾਨੀ ਕਿ ਡਰੈਗ ਕਰਨਾ, ਆਪਾਂ ਕਾਪੀ ਪੇਸਟ ਨਹੀਂ ਕਰਨਾ, ਅਤੇ ਸ਼ੀਟ 2 ਦੇ ਵਿੱਚ ਲੈ ਕੇ ਜਾਣਾ, ਤਾਂ ਆਪਾਂ ਕਿਹੜੀ ਕੀ ਯੂਜ਼ ਕਰਦੇ ਹਾਂ ਉਹਦੇ ਲਈ। ਤਾਂ ਉਹਦੇ ਲਈ ਆਪਾਂ ਕਰਦੇ ਹਾਂ ਜੀ ਆਲਟ ਕੀ, ਆਪਸ਼ਨ ਨੰਬਰ B। ਜੇਕਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਇਸ ਕੁਐਸਚਨ ਦੇ ਵਿੱਚ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਮੈਨੂੰ। ਨੈਕਸਟ ਗੱਲ ਕਰ ਰਿਹਾ ਹੈ ਵੈਨ all the numbers between 0 and 100 in a range should be displayed in red color apply। ਯਾਨੀ ਕਿ ਮੰਨ ਲਓ ਕਿਸੇ ਪਰਟੀਕੂਲਰ ਕੋਲਮ ਦੇ ਵਿੱਚ ਜਾਂ ਕਿਸੇ ਰੋ ਦੇ ਵਿੱਚ ਨੰਬਰ ਦੀ ਵੈਲਿਊ ਜਿਹੜੀ ਹੈ ਉਹ 0 ਤੋਂ ਲੈ ਕੇ ਜਿਹੜੇ 100 ਤੱਕ ਜਿੰਨੇ ਵੀ ਵੈਲਿਊਜ਼ ਹੋਣਗੀ ਉਹ ਰੈੱਡ ਕਲਰ ਦੇ ਵਿੱਚ ਆਉਣ। ਤਾਂ ਰੈੱਡ ਕਲਰ ਵਿੱਚ ਆਉਣ ਲਈ ਆਪਾਂ ਨੂੰ ਕੀ ਯੂਜ਼ ਕਰਨਾ ਪੈਣਾ, ਆਪਾਂ ਨੂੰ ਕੰਡੀਸ਼ਨਲ ਫੋਰਮੈਟਿੰਗ ਯੂਜ਼ ਕਰਨੀ ਪੈਣੀ ਹੈ, ਜਿਹੜਾ ਕਿ ਫੋਰਮੈਟ ਮੈਨੂ ਦੇ ਵਿੱਚ ਹੁੰਦਾ ਹੈਗਾ। ਉਹ ਕਿਵੇਂ, ਮੰਨ ਲਓ ਆਪਣੇ ਕੋਲ ਆਪਸ਼ਨ ਨੰਬਰ ਜਿਹੜਾ ਕੋਲਮ D ਹੈ ਉਹਦੇ ਵਿੱਚ ਆ ਵੈਲਿਊਜ਼ ਦਿੱਤੀ ਗਈਆਂ ਨੇ। ਹੁਣ ਆਪਾਂ ਦੇਖਾਂਗੇ ਜਿਹੜੀ ਵੈਲਿਊ 100 ਤੋਂ ਉੱਪਰ ਹੈ ਉਹ ਰੈੱਡ ਨਹੀਂ ਹੋਊਗੀ, ਜਿਹੜੀ ਵੈਲਿਊ 0 ਤੋਂ ਲੈ ਕੇ 100 ਤੱਕ ਹੈ ਉਹ ਰੈੱਡ ਹੋ ਜਾਊਗੀ। ਆਪਾਂ ਕੀ ਕਰਾਂਗੇ ਜੀ, ਉਹ 'ਤੇ ਸਿਲੈਕਟ ਕਰਕੇ ਆਪਾਂ ਪਰਟੀਕੂਲਰ ਡੇਟਾ ਨੂੰ, ਜਿਵੇਂ ਆਪਾਂ ਸਿਲੈਕਟ ਕਰ ਲਿਆ ਕਲਿੱਕ ਕਰਕੇ ਕੋਲਮ, ਫਿਰ ਆਪਾਂ ਇੱਥੇ ਕਲਿੱਕ ਕਰ ਦਿੱਤਾ ਗਿਆ ਆਪਾਂ ਕੰਡੀਸ਼ਨਲ ਫੋਰਮੈਟਿੰਗ 'ਤੇ, ਫਿਰ ਆਪਾਂ ਚਲੇ ਗਏ ਜੀ ਹਾਈਲਾਈਟ ਸੈੱਲ ਰੂਲ 'ਤੇ ਬਿਟਵੀਨ 'ਤੇ ਜਿੱਦਾਂ ਆਪਾਂ ਕਲਿੱਕ ਕਰਾਂਗੇ, ਕਿਉਂਕਿ ਆਪਾਂ ਨੂੰ ਬਿਟਵੀਨ ਦਾ ਫਾਰਮੂਲਾ ਲਾਉਣਾ ਹੈਗਾ। ਹੁਣ ਆਪ ਹੀ ਕੀ ਹੈਗਾ 0 to 100, ਜਿੱਦਾਂ ਹੀ ਆਪਾਂ ਲਾਵਾਂਗੇ ਤਾਂ ਇੱਕ ਡਾਇਲੋਗ ਬੋਕ ਕੀ ਖੁੱਲ੍ਹਿਆ ਹੈਗਾ ਆਹ ਵਾਲਾ, ਇੱਥੇ ਆਪਾਂ ਫਿਲ ਕਰ ਦਾਂਗੇ ਸਟਾਰਟਿੰਗ ਵੈਲਿਊ ਅਤੇ ਇੱਥੇ ਫਿਲ ਕਰਾਂਗੇ ਐਂਡ ਵੈਲਿਊ, ਅਤੇ ਇੱਧਰੋਂ ਕਲਿੱਕ ਕਰਕੇ ਆਪਾਂ ਰੈੱਡ ਟੈਕਸਟ ਕਰ ਦਾਂਗੇ। ਅਤੇ ਜਿੱਦਾਂ ਹੀ ਆਪਾਂ ਓਕੇ ਕਰਾਂਗੇ ਤਾਂ ਆਪਾਂ ਉੱਪਰ ਕੀ ਦੇਖ ਪਾ ਰਹੇ ਹਾਂ, ਜਿਹੜੀ ਵੀ ਵੈਲਿਊ 0 ਤੋਂ ਲੈ ਕੇ 100 ਤੱਕ ਹੈ ਉਹ ਰੈੱਡ ਦੇ ਵਿੱਚ ਹੈ, ਅਤੇ ਜਿੱਦਾਂ ਹੀ 100 ਪਲੱਸ ਜਾਂਦੀ ਹੈ ਉਹ ਬਲੈਕ ਦੇ ਵਿੱਚ ਹੈ। ਜਿਵੇਂ ਕਿ 101 ਗਿਆ ਬਲੈਕ ਹੈ, 125 ਗਿਆ ਆ ਬਲੈਕ ਹੈ। ਤਾਂ ਇੱਦਾਂ ਆਪਾਂ ਆਹ ਚੀਜ਼ ਕਰ ਸਕਦੇ ਹਾਂ। ਤਾਂ ਆਨਸਰ ਕੀ ਹੋ ਜਾਊਗਾ, ਆਪਸ਼ਨ ਨੰਬਰ B ਅਪਲਾਈ ਕੰਡੀਸ਼ਨਲ ਫੋਰਮੈਟਿੰਗ ਕਮਾਂਡ ਔਨ ਫੋਰਮੈਟ ਮੈਨੂ। ਨੈਕਸਟ ਗੱਲ ਕਰਦੇ ਹਾਂ ਇਹਨਾਂ ਵਿੱਚੋਂ ਕਿਹੜਾ ਜਿਹੜਾ ਸੈੱਲ ਹੈ ਉਹ ਐਬਸੋਲਿਊਟ ਸੈੱਲ ਰੈਫਰੈਂਸ ਹੈ। ਤਾਂ ਉਹ ਹੈਗਾ ਜੀ $A$1, ਯਾਨੀ ਕਿ ਜਦੋਂ ਵੀ ਕੋਈ ਸੈੱਲ ਦੇ ਵਿੱਚ ਆਪਾਂ ਡਾਲਰ ਯੂਜ਼ ਕਰਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ, ਐਬਸੋਲਿਊਟ ਸੈੱਲ ਰੈਫਰੈਂਸ। ਨੈਕਸਟ ਗੱਲ ਕਰਦਾ ਹੈ ਜੀ, ਹੁਣ ਫਿਰ ਤੋਂ ਦੁਬਾਰਾ ਆਹੀ ਗੱਲ ਕਰ ਰਿਹਾ, ਵਿਚ ਫੰਕਸ਼ਨ ਵਿਲ ਯੂ ਯੂਜ਼ ਟੂ ਐਂਟਰ ਕਰੰਟ ਟਾਈਮ ਇਨ ਏ ਵਰਕਸ਼ੀਟ ਸੈੱਲ। ਦੇਖੋ ਜੀ ਪਹਿਲਾਂ ਪੁੱਛਿਆ ਗਿਆ ਸੀਗਾ ਸ਼ਾਰਟਕਟ ਕੀ, ਹੁਣ ਪੁੱਛਿਆ ਗਿਆ ਫੰਕਸ਼ਨ। ਤਾਂ ਫੰਕਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਸ਼ਨ ਨੰਬਰ B ਨਾਓ ਦੀ, ਯਾਨੀ ਕਿ ਜਿੱਦਾਂ ਹੀ ਆਪਾਂ ਦੇਖੋ ਆਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਫਰਕ ਦਿਖਾਉਣਾ। ਦੇਖੋ ਫੰਕਸ਼ਨ ਹੈ ਨਾਓ, ਜਿੱਦਾਂ ਹੀ ਮੈਂ ਨਾਓ ਇੱਥੇ ਕਲਿੱਕ ਕਰਕੇ ਐਂਟਰ ਕੀਤਾ ਤਾਂ ਇਹਨੇ ਕੀ ਦਿਖਾਇਆ, ਡੇਟ ਦਿਖਾਈ ਅੱਜ ਦੀ ਅਤੇ ਨਾਲੇ ਟਾਈਮ ਦਿਖਾਇਆ। ਲੇਕਿਨ ਜੋ ਮੈਂ ਇਹਦੀ ਸ਼ਾਰਟਕਟ ਕੀ ਯੂਜ਼ ਕਰਦਾ ਹਾਂ ਮੈਂ ਆ ਯੂਜ਼ ਕਰਦਾ, ਯਾਨੀ ਕਿ ਸ਼ਿਫਟ ਪਲੱਸ ਕੰਟਰੋਲ, ਯਾਨੀ ਕਿ ਹੁਣ ਕੀ ਟਾਈਮ ਹੋਇਆ ਹੈਗਾ, ਸ਼ਿਫਟ ਪਲੱਸ ਕੰਟਰੋਲ ਪਲੱਸ ਸੈਮੀਕੋਲਨ, ਤਾਂ ਉਹਨੇ ਟਾਈਮ ਦਿਖਾਤਾ। ਅਤੇ ਜੇਕਰ ਮੈਂ ਟੂਡੇ ਯੂਜ਼ ਕਰਾਂਗਾ ਤਾਂ ਉਹ ਕੀ ਦਿਖਾਊਗਾ, ਮੈਨੂੰ ਡੇਟ ਦਿਖਾਊਗਾ ਅੱਜ ਦੀ। ਲੇਕਿਨ ਜੇ ਮੈਂ ਨਾਓ ਯੂਜ਼ ਕਰਾਂਗਾ ਡੇਟ ਅਤੇ ਟਾਈਮ ਦੋਨੋਂ ਦਿਖਾਏਗਾ। ਅਤੇ ਮੈਂ ਜੇਕਰ ਡੇਟ ਦੇਖਣੀ ਹੈ ਉਹ ਮੈਂ ਕੰਟਰੋਲ ਪਲੱਸ ਸੈਮੀਕੋਲਨ ਨਾਲ ਵੀ ਦੇਖ ਸਕਦਾ। ਤਾਂ ਆਹ ਤੁਸੀਂ ਧਿਆਨ ਰੱਖਣਾ ਹੈ ਕਿਹੜਾ ਕਿਹੜਾ ਫੰਕਸ਼ਨ ਯੂਜ਼ ਹੁੰਦਾ ਅਤੇ ਕਿਹੜੇ ਕਿਹੜੇ ਸ਼ਾਰਟਕਟ ਕੀ ਯੂਜ਼ ਹੁੰਦੇ ਨੇ। ਨੈਕਸਟ ਗੱਲ ਕਰ ਰਿਹਾ ਇਹ ਫੰਕਸ਼ਨ ਇਨਸਾਈਡ ਅਨਦਰ ਫੰਕਸ਼ਨ ਇਜ਼ ਕੋਲਡ ਡੈਸ਼ ਫੰਕਸ਼ਨ, ਯਾਨੀ ਕਿ ਜੇਕਰ ਇੱਕ ਫੰਕਸ਼ਨ ਦੇ ਅੰਦਰ ਹੋਰ ਫੰਕਸ਼ਨ ਦਿੱਤੇ ਗਏ ਹੋਣ ਉਹਨੂੰ ਆਪਾਂ ਕੀ ਕਹਾਂਗੇ, ਤਾਂ ਉਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਜੀ ਨੈਸਟਡ ਫੰਕਸ਼ਨ, ਯਾਨੀ ਕਿ ਇੱਕ ਫੰਕਸ਼ਨ ਦੇ ਉੱਪਰ ਇੱਕ ਤੋਂ ਜ਼ਿਆਦਾ ਹੋਰ ਫੰਕਸ਼ਨ ਦਿੱਤੇ ਗਏ ਨੇ। ਨੈਕਸਟ ਗੱਲ ਕਰ ਰਿਹਾ ਵੇਟ ਰੈਫਰਸ ਟੂ, ਯਾਨੀ ਕਿ ਵੇਟ ਜਿਹੜਾ ਹੈਗਾ ਉਹ ਕਿਸ ਚੀਜ਼ ਨਾਲ ਗੱਲ ਕਰਦਾ, ਜੇ ਮੈਂ ਐਕਸਲ ਦੇ ਵਿੱਚ ਗੱਲ ਕਰਾਂ ਤਾਂ ਉਹ ਗੱਲ ਕਰਦਾ ਹੈ ਜੀ ਪ੍ਰਿੰਟ ਡੈਂਸਿਟੀ ਆਫ ਕਰੈਕਟਰ ਦੇ ਉੱਪਰ। ਪ੍ਰਿੰਟ ਡੈਂਸਿਟੀ ਆਫ ਕਰੈਕਟਰ ਦਾ ਮਤਲਬ ਕੀ ਹੈ, ਬੇਸਿਕਲੀ ਪ੍ਰਿੰਟ ਡੈਂਸਿਟੀ ਦਾ ਮਤਲਬ ਹੁੰਦਾ ਹੈ ਕਿ ਇੱਕ ਸਿੰਗਲ ਪੇਜ ਦੇ ਉੱਪਰ ਆਪਾਂ ਕਿੰਨੇ ਕਰੈਕਟਰ ਪ੍ਰਿੰਟ ਕਰ ਸਕਦੇ ਹਾਂ, ਯਾਨੀ ਕਿ ਜਿੰਨੇ ਜ਼ਿਆਦਾ ਆਪਾਂ ਕਰੈਕਟਰ ਪ੍ਰਿੰਟ ਕਰਾਂਗੇ
उन्ना ज़्यादा ਉਹਦਾ weight ਹੁੰਦਾ ਜਾਏਗਾ। That means the print density of character। ਨੈਕਸਟ ਗੱਲ ਕਰ ਰਿਹਾ ਹੈ which function calculates your monthly mortgage payment। ਯਾਨੀ ਕਿ ਜਿਵੇਂ ਵੀ ਆਪਾਂ EMI ਵਗੈਰਾ ਕੈਲਕੂਲੇਟ ਕਰਦੇ ਹਾਂ ਉਹਦੇ ਲਈ ਵੀ ਆਪਾਂ ਐਕਸਲ ਯੂਜ਼ ਕਰ ਸਕਦੇ ਹਾਂ, ਅਤੇ ਉਹਦੇ ਵਿੱਚ ਆਪਾਂ ਜਿਹੜੀ ਵੈਲਿਊ ਯੂਜ਼ ਕਰਾਂਗੇ ਉਹ ਕਰਾਂਗੇ PMT, ਯਾਨੀ ਕਿ ਪੇਮੈਂਟ ਫੰਕਸ਼ਨ ਆਪਾਂ ਯੂਜ਼ ਕਰਾਂਗੇ। ਉਹ ਕੀ ਹੈਲਪ ਕਰਦਾ ਹੈ ਜੀ, ਬੇਸਿਕਲੀ ਐਕਸਲ PMT ਫੰਕਸ਼ਨ ਹੈ, ਇਹ ਇੱਕ ਫਾਈਨੈਂਸ਼ੀਅਲ ਫੰਕਸ਼ਨ ਹੈਗਾ ਜਿਹੜਾ ਕੈਲਕੂਲੇਟ ਕਰਦਾ ਹੈਗਾ ਕਿਸੇ ਵੀ ਲੋਨ ਦੀ ਪੇਮੈਂਟ, ਕੀ ਦੇਣਾ ਆਪਾਂ ਨੂੰ, ਉੱਥੇ ਇੰਟਰਸਟ ਰੇਟ ਦੇਣਾ ਹੈ, ਨੰਬਰ ਆਫ ਪੀਰੀਅਡ ਦੇਣਾ ਅਤੇ ਲੋਨ ਅਮਾਊਂਟ ਦੇਣਾ ਹੈ। ਤਾਂ ਆਪਸ਼ਨ ਨੰਬਰ A। ਨੈਕਸਟ ਗੱਲ ਕਰਦਾ ਹੈ ਵਾਟ ਇਜ਼ ਦਾ ਕੀਬੋਰਡ ਸ਼ਾਰਟਕਟ ਟੂ ਬੀ ਪ੍ਰੈਸਡ ਫॉर ਕ੍ਰੀਏਟਿੰਗ ਏ ਚਾਰਟ ਫਰੋਮ ਏ ਸਿਲੈਕਟਡ ਸੈੱਲ। ਮੰਨ ਲਓ ਤੁਸੀਂ ਕੋਈ ਵੀ ਸੈੱਲ ਸਿਲੈਕਟ ਕੀਤਾ ਹੈਗਾ ਅਤੇ ਉਹਦਾ ਤੁਹਾਨੂੰ ਚਾਰਟ ਚਾਹੀਦਾ ਹੈਗਾ, ਲੇਕਿਨ ਤੁਸੀਂ ਮਾਊਸ ਦਾ ਯੂਜ਼ ਕਰਕੇ ਨਹੀਂ, ਸ਼ਾਰਟਕਟ ਕੀ ਯੂਜ਼ ਕਰਕੇ ਦੱਸਣਾ, ਤਾਂ F11 ਕੀ ਯੂਜ਼ ਕੀਤੀ ਜਾਊਗੀ ਇਹਦੇ ਵਿੱਚ। ਆਪਸ਼ਨ ਨੰਬਰ D। ਨੈਕਸਟ ਗੱਲ ਕਰਦਾ ਸਪੈਲਿੰਗ ਟੂਲ ਇਜ਼ ਪਲੇਸਡ ਇਨ ਡੈਸ਼ ਟੈਬ। ਹੁਣ ਕਿਹੜੀ ਟੈਬ ਦੇ ਵਿੱਚ ਜਿਹੜਾ ਹੈਗਾ ਸਪੈਲਿੰਗ ਟੂਲ ਹੁੰਦਾ ਹੈਗਾ। ਹੁਣ ਸਪੈਲਿੰਗ ਆਪਾਂ ਯੂਜ਼ ਕਰਨ ਲਈ ਆਪਾਂ ਨੂੰ ਪਤਾ ਹੈ ਕਿ ਆਪਾਂ F7 ਦਾ ਸ਼ਾਰਟਕਟ ਕੀ ਯੂਜ਼ ਕਰਦੇ ਹਾਂ, ਲੇਕਿਨ ਕਿਹੜੇ ਟੈਬ ਦੇ ਵਿੱਚ ਹੁੰਦਾ ਹੈਗਾ, ਆਹ ਹੁੰਦਾ ਹੈਗਾ ਜੀ ਰਿਵਿਊ ਟੈਬ ਦੇ ਵਿੱਚ। ਆ ਦੇਖੋ ਮੈਂ ਜਿੱਦਾਂ ਹੀ ਰਿਵਿਊ ਟੈਬ 'ਤੇ ਕਲਿੱਕ ਕੀਤਾ ਤਾਂ ਸਭ ਤੋਂ ਪਹਿਲਾਂ ਸਪੈਲਿੰਗ ਦਾ ਆਪਸ਼ਨ ਆ ਗਿਆ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ B ਰਿਵਿਊ। ਫਿਰ ਗੱਲ ਕਰ ਰਿਹਾ ਇਫ ਪਾਰਟੀਕੂਲਰ ਵਰਕ ਬੁੱਕ ਹੈਵ ਟੂ ਓਪਨ ਈਚ ਟਾਈਮ ਵੈਨ ਐਕਸਲ ਸਟਾਰਟਡ। ਯਾਨੀ ਕਿ ਕੋਈ ਪਾਰਟੀਕੂਲਰ ਜਿਹੜੀ ਵਰਕ ਬੁੱਕ ਹੈ ਜਿਹੜੀ ਆਪਾਂ ਡੇਲੀ ਰੂਟੀਨ ਦੇ ਵਿੱਚ ਯੂਜ਼ ਕਰਦੇ ਹਾਂ ਆਪਣੇ ਕੰਮ ਲਈ, ਜਦੋਂ ਵੀ ਤੁਸੀਂ ਐਕਸਲ ਖੋਲ੍ਹੋ ਅਤੇ ਉਹੀ ਬੁੱਕ ਖੁੱਲੇ ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ। ਉਹਦੇ ਲਈ ਤੁਹਾਨੂੰ ਬੇਸਿਕਲੀ ਨਾ ਐਕਸਲ ਸਟਾਰਟ ਫੋਲਡਰ ਦੇ ਵਿੱਚ ਜਾਣਾ ਪਵੇਗਾ ਅਤੇ ਆਪਣੀ ਫਾਈਲ ਉੱਥੇ ਰੱਖਣੀ ਪਵੇਗੀ, ਕਿਉਂਕਿ ਜਿੱਥੇ ਤੁਹਾਡੀ ਵਿੰਡੋਜ਼ ਹੁੰਦੀਆਂ ਮੋਸਟਲੀ ਜਿਹੜਾ C ਡਰਾਈਵ ਹੈ ਨਾ ਉਹਦੇ ਵਿੱਚ ਤੁਹਾਡੀ ਵਿੰਡੋਜ਼ ਹੁੰਦੀ ਹੈ ਨਾ, ਤਾਂ ਜਿਸ ਫੋਲਡਰ ਦੇ ਵਿੱਚ ਤੁਹਾਡਾ ਐਕਸਲ ਜਿਹੜਾ MS ਆਫਿਸ ਹੈ ਉਹ ਇੰਸਟਾਲ ਕੀਤਾ ਹੋਇਆ ਹੈਗਾ, ਉਹਦੇ ਵਿੱਚ ਤੁਸੀਂ ਦੇਖੋਗੇ ਨਾ ਇੱਕ ਫੋਲਡਰ ਹੋਊਗਾ ਐਕਸਲ ਸਟਾਰਟ ਫੋਲਡਰ ਦਾ ਵੀ, ਉਹਦੇ ਵਿੱਚ ਜਾ ਕੇ ਤੁਸੀਂ ਨਾ ਆਹ ਜਿਹੜੀ ਆਪਣੀ ਫਾਈਲ ਹੈ ਉਹ ਪਲੇਸ ਕਰ ਦੇਵੋਗੇ, ਕਾਪੀ ਪੇਸਟ ਕਰ ਦੇਵੋਗੇ, ਅਤੇ ਫਿਰ ਜਿੱਦਾਂ ਹੀ ਤੁਸੀਂ ਜਿੰਨੀ ਵਾਰ ਵੀ ਐਕਸਲ ਖੋਲੋਗੇ ਨਾ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਵਰਕ ਸ਼ੀਟ ਜਿਹੜੀ ਹੈ ਖੁੱਲ੍ਹ ਕੇ ਮਿਲੇਗੀ, ਉਹੀ ਵਰਕ ਬੁੱਕ ਤੁਹਾਨੂੰ ਮਿਲੇਗੀ। ਆਪਸ਼ਨ ਨੰਬਰ D। ਫਿਰ ਗੱਲ ਕਰ ਰਿਹਾ ਹੈਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਕਨਕੈਟੀਨੇਸ਼ਨ ਵਾਲਾ ਕੁਐਸਚਨ ਆਇਆ ਸੀਗਾ, ਹੁਣ ਉਹੀ ਯੂਜ਼ ਕਰਾਂਗੇ ਆਪਾਂ। ਗੱਲ ਕਰ ਰਿਹਾ ਕਿ A1 ਦੇ ਵਿੱਚ ਨਾ ਆਪਾਂ MCQ ਲਿਖਿਆ ਹੋਇਆ ਹੈਗਾ ਅਤੇ B1 ਦੇ ਵਿੱਚ ਲਿਖਿਆ ਹੋਇਆ ਕੁਐਸਚਨ। ਤਾਂ ਗੱਲ ਕਹਿ ਰਿਹਾ ਕਿ ਆਪਾਂ ਕਿਹੜਾ ਫਾਰਮੂਲਾ ਯੂਜ਼ ਕਰੀਏ ਕਿ ਆਪਾਂ ਨੂੰ C1 ਸੈੱਲ ਦੇ ਵਿੱਚ ਨਾ MCQ @ ਲਿਖ ਕੇ ਮਿਲੇ, ਯਾਨੀ ਕਿ ਇਹਨਾਂ ਦੋਨਾਂ ਦੇ ਵਿੱਚ ਨਾ @ ਔਰ ਪੈ ਜਾਏ। ਤਾਂ ਉਹਦੇ ਲਈ ਆਪਾਂ ਨੂੰ ਪਤਾ ਹੈ ਨਾ ਆਪਾਂ ਕਨਕੈਟੀਨੇਸ਼ਨ ਯੂਜ਼ ਕੀਤਾ ਸੀਗਾ, ਇਹਨੂੰ ਆਪਾਂ ਕਨਕੈਟੀਨੇਸ਼ਨ ਕਹਿੰਦੇ ਹਾਂ। ਦੈਟ ਮੀਨਸ ਕਨਕੈਟੀਨੇਸ਼ਨ ਆਊਗਾ, ਬਾਅਦ ਦੇ ਵਿੱਚ ਕੀ ਆਊਗਾ ਪਲੱਸ ਮਾਈਨਸ ਕੀ ਕਰਨਾ ਉਹ ਬਾਅਦ ਦੇ ਵਿੱਚ ਦੇਖਾਂਗੇ, ਯਾਨੀ ਕਿ ਆਹ ਚੀਜ਼ ਤਾਂ ਹੋਣੀ ਬਹੁਤ ਹੀ ਜ਼ਰੂਰੀ ਹੈ। ਅਤੇ ਆਹ ਚੀਜ਼ ਜਿਹੜੀ ਹੈ ਨਾ ਉਹ ਸਿਰਫ ਆਪਸ਼ਨ ਨੰਬਰ C ਦੇ ਵਿੱਚ ਹੀ ਦੇਖ ਰਹੇ ਹਾਂ ਆਪਾਂ, ਯਾਨੀ ਕਿ A1 ਦੇ ਵਿੱਚ MCQ ਲਿਖਿਆ ਜਾਊਗਾ, ਫਿਰ @ ਪਾਤਾ, ਫਿਰ ਕਨਕੈਟੀਨੇਟ ਕਰਨ ਲਈ ਕੁਐਸਚਨ ਪਾਤਾ। ਜਿਵੇਂ ਮੈਂ ਤੁਹਾਨੂੰ ਕਿੱਦਾਂ ਦਿਖਾਇਆ ਸੀਗਾ ਆਰਾਮ ਦੇ ਨਾਲ ਨਾ 456 ਐਡ ਕਰਨਾ, ਤਾਂ ਆਪਾਂ ਕੀ ਕੀਤਾ ਜੀ ਕਨਕੈਟੀਨੇਸ਼ਨ ਲਈ ਆਪਾਂ ਯੂਜ਼ ਕੀਤਾ ਐਂਡ ਦਾ ਆਪਸ਼ਨ ਅਤੇ ਕਰ ਦਿੱਤਾ, ਅਤੇ ਫਿਰ ਬਣ ਕੇ ਕੀ ਆ ਗਿਆ ਸੀਗਾ ਰਾਮ। ਹੁਣ ਐਵੇਂ ਇਹਨਾਂ ਨੇ ਕੀ ਕੀਤਾ ਜੀ MCQ, ਫਿਰ ਆਪਾਂ @ ਕਰਤਾ ਅਤੇ ਫਿਰ ਕੁਐਸਚਨ ਲਿਖ ਦਾਂਗੇ। ਕੁਝ ਜ਼ਿਆਦਾ ਸਿੰਪਲ ਹੀ ਹੈ, ਕੋਈ ਜ਼ਿਆਦਾ ਔਖਾ ਵਾਲੀ ਗੱਲ ਨਹੀਂ ਸੀਗੀ। ਹਾਲਾਂਕਿ ਅੱਜ ਦੀ ਵੀਡੀਓ ਕਾਫੀ ਲੰਬੀ ਜਾ ਰਹੀ ਹੈ, ਲੇਕਿਨ ਥੋੜ੍ਹੀ ਜਿਹੀ ਜਾਊਗੀ ਕਿਉਂਕਿ ਆਪਾਂ ਕੰਪਲੀਟ ਵੀਡੀਓ ਦੇ ਵਿੱਚ ਹੀ ਆਪਾਂ ਕਵਰ ਕਰਨਾ ਹੈ। ਵਾਟ ਡਜ਼ ਕਾਊਂਟ A ਫੰਕਸ਼ਨ ਡੂ, ਯਾਨੀ ਕਿ ਕਾਊਂਟ A ਫੰਕਸ਼ਨ ਕੀ ਕਰਦਾ ਹੈਗਾ। ਤਾਂ ਜਿਹੜਾ ਕਾਊਂਟ A ਫੰਕਸ਼ਨ ਹੈ ਨਾ ਉਹ ਨੋਨ ਐਮਟੀ ਸੈੱਲ ਕਾਊਂਟ ਕਰਦਾ ਹੈਗਾ, ਯਾਨੀ ਕਿ ਜਿਹੜੇ ਸੈੱਲ ਭਰੇ ਹੋਏ ਨੇ ਉਹਨਾਂ ਦੀ ਗਿਣਤੀ ਦੱਸਦਾ, ਯਾਨੀ ਕਿ ਆਪਾਂ ਕੋਈ ਇੱਕ ਪਰਟੀਕੂਲਰ ਕੋਲਮ ਜਾਂ ਰੋ ਸਿਲੈਕਟ ਕਰਕੇ ਕਾਊਂਟ A ਵਾਲਾ ਲਿਖ ਕੇ ਫਾਰਮੂਲਾ ਆਪਾਂ ਰੇਂਜ ਭਰ ਦੇਵਾਂਗੇ ਉਹਦੀ, ਤਾਂ ਉਹ ਦੱਸੇਗਾ ਆਪਾਂ ਨੂੰ ਜਿੰਨੇ ਵੀ ਭਰੇ ਹੋਏ ਸੈੱਲ ਨੇ ਨੋਨ ਐਮਟੀ ਸੈੱਲ ਦੇ ਬਾਰੇ ਦੱਸੇਗਾ। ਇੱਕ ਨਾ ਕਾਊਂਟ ਅਤੇ ਕਾਊਂਟ A ਬਾਰੇ ਬਹੁਤ ਵਾਰ ਪੁੱਛਿਆ ਜਾਂਦਾ ਹੈ, ਦੋਨਾਂ ਵਿੱਚ ਫਰਕ ਕੀ ਹੈ। ਜਿਹੜਾ ਕਾਊਂਟ ਹੈ ਨਾ ਉਹ ਕੈਲਕੂਲੇਟ ਕਰਦਾ ਹੈਗਾ ਨੂਮੈਰਿਕ ਵੈਲਿਊਜ਼ ਦੇ ਵਿੱਚ, ਅਤੇ ਜਿਹੜਾ ਕਾਊਂਟ A ਹੈ ਉਹ ਕਾਊਂਟ ਕਰਦਾ ਨੰਬਰ ਆਫ ਸੈੱਲ ਜਿਨ੍ਹਾਂ ਵਿੱਚ ਕੋਈ ਵੀ ਵੈਲਿਊ ਹੈਗੀ, ਯਾਨੀ ਕਿ ਬਲੈਂਕ ਨਹੀਂ ਹੈਗਾ। ਧਿਆਨ ਰੱਖਿਓ ਕਾਊਂਟ ਅਤੇ ਕਾਊਂਟ A ਵਿੱਚ ਬਹੁਤ ਫਰਕ ਹੈ। ਕਾਊਂਟ ਦੇ ਵਿੱਚ ਨੂਮੈਰੀਕਲ ਵੈਲਿਊ ਜ਼ਿਆਦਾ ਹੈਲਪ ਮਿਲਦੀ ਹੈ। ਨੈਕਸਟ ਕੁਐਸਚਨ ਗੱਲ ਕਰ ਰਿਹਾ ਹੈ ਕਿ ਆਪਾਂ ਕਿਸੇ ਸੈੱਲ ਦੇ ਵਿੱਚ ਜੇਕਰ 4/6 ਲਿਖ ਦਈਏ ਨਾ ਤਾਂ ਕੀ ਹੋਊਗਾ, ਕੀ ਉਹ 4/6 ਫਰੈਕਸ਼ਨ ਦੇ ਵਿੱਚ ਆਊਗਾ, ਕੋਈ ਨੰਬਰ ਲਿਖ ਕੇ ਆਊਗਾ, ਕੋਈ ਟੈਕਸਟ ਲਿਖ ਕੇ ਆਊਗਾ ਜਾਂ ਡੇਟ ਲਿਖ ਕੇ ਆਊਗੀ। ਤਾਂ ਉਹ ਆਊਗੀ ਜੀ ਡੇਟ ਲਿਖ ਕੇ। ਤੁਸੀਂ ਟਰਾਈ ਕਰੋ 4/6 ਲਿਖ ਦਿਓ, ਤੁਹਾਡੇ ਕੰਪਿਊਟਰ ਦੇ ਵਿੱਚ ਨਾ 4 ਜੂਨ ਲਿਖ ਕੇ ਆ ਜਾਊਗਾ। ਤਾਂ ਆਨਸਰ ਕੀ ਹੋ ਜਾਏਗਾ ਆਪਸ਼ਨ ਨੰਬਰ D। ਨੈਕਸਟ ਗੱਲ ਕਰ ਰਿਹਾ ਹੈ ਵਿਚ ਆਫ ਦਾ ਫੋਲੋਇੰਗ ਫੰਕਸ਼ਨ ਵਿਲ ਯੂਜ਼ ਟੂ ਫਾਈਂਡ ਦਾ ਹਾਈਐਸਟ ਨੰਬਰ ਇਨ ਏ ਸੀਰੀਜ਼ ਆਫ ਏ ਨੰਬਰ, ਯਾਨੀ ਕਿ ਆਪਾਂ ਹਾਈਐਸਟ ਨੰਬਰ ਫਾਈਂਡ ਕਰਨ ਲਈ ਕਿਹੜਾ ਫਾਰਮੂਲਾ ਆਪਾਂ ਯੂਜ਼ ਕਰਾਂਗੇ, ਉਹ ਕਰਾਂਗੇ ਆਪਾਂ ਮੈਕਸ। ਨਾ ਤਾਂ ਹਾਈਐਸਟ ਯੂਜ਼ ਹੁੰਦਾ ਇਹ ਜਿਹਾ ਕੋਈ ਫੰਕਸ਼ਨ, ਨਾ ਹਾਈ ਨਾ ਮੈਕਸੀਮਮ, ਉਹਦੇ ਲਈ ਹੁੰਦਾ ਹੈਗਾ
ਮੈਕਸਿਮਮ ਸਭ ਤੋਂ ਵੱਡਾ ਫਾਈਂਡ ਆਊਟ ਕਰਨਾ ਤਾਂ ਮੈਕਸ ਕਰਾਂਗੇ, ਸਭ ਤੋਂ ਛੋਟਾ ਕਰਨਾ ਤਾਂ ਮਿਨੀਮਮ ਕਰਾਂਗੇ। ਤਾਂ ਆਪਾਂ ਰੇਂਜ ਭਰ ਦਾਂਗੇ, ਤਾਂ ਉਸ ਹਿਸਾਬ ਨਾਲ ਆਪਾਂ B1 ਤੋਂ ਲੈ ਕੇ B3 ਦੇ ਵਿੱਚ ਇਹਨਾਂ ਤਿੰਨਾਂ ਵਿੱਚੋਂ ਸੈੱਲ ਦੇ ਵਿੱਚ ਜਿਹੜਾ ਨੰਬਰ ਸਭ ਤੋਂ ਵੱਧ ਹੋਏਗਾ ਉਹ ਆ ਜਾਵੇਗਾ। ਤਾਂ ਆ ਸੀਗੇ ਜੀ ਆਪਣੇ ਕੁਝ MS ਆਫਿਸ ਦੇ MS ਐਕਸਲ ਦੇ ਕੁਝ ਇਹੋ ਜਿਹੇ ਕੁਐਸਚਨ ਜਿਹੜੇ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ, ਅਤੇ ਚਾਂਸਿਸ ਹੈ ਕਿ ਇਹਨਾਂ ਵਿੱਚੋਂ ਵੀ ਅੱਗੇ ਪੁੱਛੇ ਜਾਣਗੇ। ਮੈਂ ਉਮੀਦ ਕਰਦਾ ਕਿ ਆਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ, ਅਤੇ ਆ ਵੀ ਆਸ਼ਾ ਕਰਦਾ ਕਿ ਇਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਡੈਫੀਨੇਟਲੀ ਪੇਪਰ ਦੇ ਵਿੱਚ ਦੇਖਣ ਨੂੰ ਮਿਲੇ। ਤਾਂ ਇਸੇ ਨੋਟ 'ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਜੀ। ਇਹਦੇ ਨਾਲ ਥੋੜ੍ਹਾ ਜਿਹਾ ਮੋਟੀਵੇਸ਼ਨ ਮਿਲਦਾ ਕਿ ਹਾਂ ਆਪਣੇ ਬੱਚਿਆਂ ਨਾਲ ਇੰਟਰੈਕਸ਼ਨ ਹੈ। ਅਤੇ ਜੇਕਰ ਚਾਹੋ ਤੁਸੀਂ ਕੋਈ ਕਮੈਂਟ ਦੇ ਵਿੱਚ ਸੁਜੈਸ਼ਨ ਲਿਖਣਾ ਚਾਹੋ ਜਾਂ ਵੀਡੀਓ ਕਿੱਦਾਂ ਲੱਗੀ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਮੈਂ ਕਰਕੇ ਮੈਨੂੰ ਦੱਸ ਸਕਦੇ ਹੋ। ਅਤੇ ਜੇਕਰ ਤੁਹਾਨੂੰ ਲੱਗਦਾ ਵੀ ਮੇਰੀ ਵੀਡੀਓਜ਼ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਤਾਂ ਤੁਸੀਂ ਸ਼ੇਅਰ ਵੀ ਕਰੋ ਤਾਂ ਕਿ ਹੋਰ ਜਵਾਕ ਆਪਣੇ ਨਾਲ ਜੁੜ ਪਾਉਣ। ਸੋ ਥੈਂਕਸ ਫॉर ਵਾਚਿੰਗ ਜੀ। ਜਲਦੀ ਮਿਲਾਂਗੇ ਨਵੇਂ ਪਾਰਟ ਦੇ ਵਿੱਚ, ਨਈ ਸੀਰੀਜ਼ ਦੇ ਵਿੱਚ। ਜੈ ਹਿੰਦ, ਜੈ ਭਾਰਤ।